पद पंकज बंदन पद पंकज बंदन सिमरो अंगद दुख निकंदन अमरदास गुर हृदय नित ध्यावो जी हृदय नित ध्यावो श्री गुरु रामदास गुण गावो श्री अर्जन विघ्नन के नासक विघ्नन के नासक हर गोबिंद शुभ सुमत प्रकाशक श्री हरि राय नमो कर जोरी नमो कर जोरी गुर हर कृष्ण मनाए बहोरी तेग बहादुर परम कृपाला जी परम कृपाला श्री गुरु गोबिंद सिंह विसाला तरों तरा पर पुन पुन सीसा जी पुन पुन सीसा बंदो बार बार जगदीसा जिसमें अमृत ज्ञान है माणक भगत वैराग गुरु ग्रंथ साहिब उदद बंदो कर अनुराग श्री गुर शब्द कमाए जिन जीते पंच विकार तिन संतन को बंदना सिर चरणन पर तार एक ओंकारा सतगुरु तिह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए। सतनाम श्री वाहिगुरु साहिब जी सुन भगनी मैं उर जानी मुर दूती किनै बखानी है आगे हमें संदेहो सब लेखा अब कर लेहो सुन भगनी मैं उर जानी। वाहिगुरु जी का खालसा वाहिगुरु जी की फतेह। भगत वत्सल पूर्ण परमेश्वर सतगुरु गरीब निवाज धन धन श्री गुरु नानक देव साहिब जी महाराज पंथ दे वाली साहिबे कमाल अमृत के दाते धन धन श्री गुरु गोबिंद सिंह साहिब जी महाराज दसे गुरु साहबाना दी आत्मक जोत जागदी जोत चवर छतर सिंघासन तख्त दे मालक जुगो जुग अटल धन धन श्री गुरु ग्रंथ साहिब जी महाराज सतगुरु जी दी साजी निवाजी गुरु प्यारी गुरु रूप साध संगत जीओ आप जी कर्मां वाले वड्डियां भागां वाले वडभागी हो जो संध्या के समय तो ही बेअंत संगतां ने गुरु चरणों में हाजरी भर के श्री गुरु अर्जन देव महाराज जी दियां श्री गुरु ग्रंथ साहिब महाराज जी ने खुशियां प्राप्त कीतियां हन। महाराज जी दे पावन पवित्र हजूरी विच चल रही गुर इतिहास की लड़ीवार कथा का समा होया है।
ਜੋ ਪਰਮੇਸ਼ਰ ਪਰਮ ਪਿਤਾ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਹਨ, ਉਹਨਾਂ ਦੀ ਮਹਾਨ ਪਾਵਨ ਪਵਿੱਤਰ ਲੜੀਵਾਰ ਕਥਾ ਆਪ ਸੰਗਤਾਂ ਦੀ ਸੇਵਾ ਵਿੱਚ ਰੋਜ਼ਾਨਾ ਭੇਟ ਕੀਤੀ ਜਾ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਲਤਾਨਪੁਰ ਵਿਖੇ ਮੋਦੀਖਾਨੇ ਦਾ ਕੰਮਕਾਰ ਕਰ ਰਹੇ ਹਨ। ਪਿਤਾ ਕਲਿਆਣ ਚੰਦ ਜੀ ਭੈਣ ਨਾਨਕੀ ਜੀ ਨੂੰ ਤੇ ਜੈ ਰਾਮ ਜੀ ਨੂੰ ਬਹੁਤ ਸਮਝਾ ਬੁਝਾ ਰਹੇ ਹੈ ਕਿ ਵੇਖੋ ਇਹਨਾਂ ਨੇ ਕੰਮ ਕਰਦਿਆਂ ਕਿੰਨੇ ਦਿਨ ਹੋ ਗਏ, ਇਹਨਾਂ ਨੂੰ ਅਜੇ ਤੱਕ ਇਹਨਾਂ ਨੇ ਕੋਈ ਪੈਸਾ ਦੀ ਇੱਕ ਕੌਡੀ ਦੀ ਖੱਟੀ ਨਹੀਂ ਕੀਤੀ। ਤੁਹਾਨੂੰ ਚਾਹੀਦਾ ਸੀ ਸਮਝਾਉਣਾ ਬੁਝਾਉਣਾ, ਕਿਉਂਕਿ ਹੁਣ ਤੁਸੀਂ ਇੱਥੇ ਰਹਿੰਦੇ ਹੋ, ਜੇ ਤੁਸੀਂ ਨਹੀਂ ਕਹੋਗੇ ਤਾਂ ਕੌਣ ਕਹੇਗਾ। ਇੱਥੇ ਤੇ ਅਜਾਈ ਜਿਹੜੀ ਮਾਇਆ ਗਵਾਈ ਜਾ ਰਹੇ ਹੈ। ਭਾਈ ਬਾਲਾ ਜੀ ਨੂੰ ਬੁਲਾਇਆ ਕੋਲ। ਪਿਤਾ ਕਲਿਆਣ ਚੰਦ ਜੀ ਨੇ ਕਿਹਾ ਕਿ ਜਿਹੋ ਜਿਹੇ ਸਾਨੂੰ ਗੁਰੂ ਨਾਨਕ ਸਾਹਿਬ ਜੀ ਸਪੁੱਤਰ ਹਨ, ਉਹੋ ਜਿਹੇ ਤੁਸੀਂ ਹੋ। ਤੁਸੀਂ ਨਾਲ ਉਹਨਾਂ ਦੇ ਮਿੱਤਰ ਬਣ ਕੇ ਰਹਿੰਦੇ ਹੋ, ਸੱਚੇ ਮਿੱਤਰ ਹੋ। ਤੁਹਾਨੂੰ ਲੱਜਿਆ ਹੈ ਨਾਲ ਰਹਿਣ ਦੀ ਕਿ ਪੈਸਾ ਅਜਾਈ ਨਾ ਗਵਾਉਣ, ਸਾਂਭ ਕੇ ਮਾਇਆ ਰੱਖਣ। ਭਾਈ ਬਾਲਾ ਜੀ ਜੋ ਨਿਸ਼ਕਾਮੀ ਹੈ, ਮਾਇਆ ਤੋਂ ਨਿਰਲੇਪ ਹੈ, ਕਿਉਂਕਿ ਪਰਮੇਸ਼ਰ ਨਾਲ ਹੀ ਰਹਿ ਰਹੇ ਗੁਰੂ ਨਾਨਕ ਸਾਹਿਬ ਜੀ ਨਾਲ। ਥੋੜ੍ਹਾ ਮਨ 'ਚ ਰੋਸ ਜਾ ਕਰਦੇ ਹੋਏ ਕਹਿਣ ਲੱਗੇ ਵੀ ਪਿਤਾ ਕਲਿਆਣ ਚੰਦ ਜੀ, ਇਹੋ ਜਿਹਾ ਕੰਮ ਮੇਰੇ ਕੋਲ ਤਾਂ ਨਹੀਂ ਹੋ ਸਕਦਾ ਹੈ ਕਿ ਪੈਸੇ ਦੀ ਮੈਂ ਰਖਵਾਲੀ ਕਰਾਂ ਜਾਂ ਪੈਸਾ ਮੈਂ ਗੁਰੂ ਮਹਾਰਾਜ ਜੀ ਤੋਂ ਪਾਸੇ ਕਰਕੇ ਤੇ ਰੱਖਾਂ ਤੁਹਾਡੇ ਵਾਸਤੇ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਸੁਆਮੀ ਮਾਲਕ ਹੈ, ਮੈਂ ਉਹਨਾਂ ਦਾ ਦਾਸ ਨੌਕਰ ਹਾਂ, ਚਾਕਰ ਹਾਂ। ਤੇ ਦਾਸ ਨੂੰ ਆਪਣੇ ਮਾਲਕ ਅੱਗੇ ਕੁਝ ਬੋਲਣਾ ਬਣਦਾ ਨਹੀਂ ਹੈ। ਚਾਕਰ ਲੱਗੇ ਚਾਕਰੀ, ਨਾਲੇ ਗਾਦ ਵਿਵਾਦ ਕਿ ਚਾਕਰ ਨੌਕਰ ਨੌਕਰੀ ਵੀ ਕਰੇ, ਮਾਲਕ ਨਾਲ ਜ਼ਬਾਨ ਵੀ ਲੜਾਵੇ, ਝਗੜਾ ਵੀ ਕਰੇ, ਉਹ ਚਾਕਰ ਨਹੀਂ ਹੁੰਦਾ ਹੈ, ਉਹ ਸੇਵਕ ਸਿੱਖ ਨਹੀਂ ਹੁੰਦਾ ਹੈ। ਅਸੀਂ ਤੇ ਦਾਸ ਹਾਂ, ਗੁਰੂ ਦਾ ਬਚਨ ਸਦਾ ਮੰਨਣਾ ਹੈ। ਜਿਹੜੀ ਆਗਿਆ ਇਹਨਾਂ ਦੀ ਕਦੀ ਮੇਟ ਹੀ ਨਹੀਂ ਸਕਦੇ, ਐਸੇ ਮਹਾਨ ਹੈ। ਉਹਨਾਂ ਨਾਲ ਰਹਿ ਕੇ ਸਾਡਾ ਭਲਾ ਹੋ ਰਿਹਾ, ਉਧਾਰ ਹੋ ਰਿਹਾ ਹੈ। ਅਸੀਂ ਤਾਂ ਉਹਨਾਂ ਤੋਂ ਆਪਣਾ ਇਹ ਮਨੁੱਖਾ ਜਨਮ ਸਫਲਾ ਕਰ ਰਹੇ ਹਾਂ। ਕਿਸ ਤਰ੍ਹਾਂ ਗੁਰੂ ਅੱਗੇ ਅਸੀਂ ਕੁਝ ਬੋਲ ਸਕਦੇ ਹਾਂ? ਇਹੋ ਜਿਹਾ ਕੰਮ ਸਾਡੇ ਕੋਲ ਤੇ ਨਹੀਂ ਹੋ ਸਕਦਾ ਹੈ। ਭਾਈ ਜੈ ਰਾਮ ਜੀ ਨੇ ਕਿਹਾ ਕਿ ਪਿਤਾ ਜੀ ਵੇਖੋ, ਭਾਈ ਬਾਲਾ ਜੀ ਨਿਸ਼ਕਾਮੀ ਹੈ, ਇਹਨਾਂ ਉੱਤੇ ਤੁਸੀਂ ਕੋਈ ਰੋਸ ਨਾ ਕਰੋ। ਉਹਨਾਂ ਦੇ ਹਿਰਦੇ ਵਿੱਚ ਪੂਰਨ ਸ਼ਰਧਾ ਹੈ। ਪਿਤਾ ਕਲਿਆਣ ਚੰਦ ਜੀ ਕੁਝ ਦਿਨ ਰਹੇ ਹੈ ਭੈਣ ਨਾਨਕੀ ਜੀ ਕੋਲ, ਸੁਲਤਾਨਪੁਰੇ ਕੁਝ ਦਿਨ ਬਿਤਾ ਕੇ ਸਮਝਾ ਬੁਝਾ ਕੇ ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਬੜੀ ਤਰ੍ਹਾਂ ਸਮਝਾ ਕੇ ਤੇ ਚਲੇ ਗਏ ਹੈ। ਪਰ ਗੁਰੂ ਨਾਨਕ ਸਾਹਿਬ ਜੀ ਨੇ ਮੋਦੀਖਾਨੇ ਦੀ ਕਿਰਤ ਉਸੇ ਤਰ੍ਹਾਂ ਹੀ ਚਾਲੂ ਰੱਖੀ ਹੈ। ਜਿਸ ਤਰ੍ਹਾਂ ਪਹਿਲਾਂ ਮੰਗਤਿਆਂ ਗਰੀਬਾਂ ਨੂੰ ਬਹੁਤ ਦਾਨ ਪੁੰਨ ਕਰਦੇ ਸੀ, ਇਸੇ ਤਰ੍ਹਾਂ ਕਰੀ ਜਾ ਰਹੇ ਹੈ। ਇੱਕ ਦਿਨ ਇੱਕ ਨਿੰਦਕ ਦੇ ਕਈ ਸਨ, ਈਰਖਾਲੂ ਨੇ ਭਾਈ ਜੈ ਰਾਮ ਜੀ ਨੂੰ ਰਸਤੇ ਵਿੱਚ ਆਉਂਦਿਆਂ ਘਰ ਬਿਠਾ ਕੇ ਸਮਝਾਇਆ ਬੁਝਾਇਆ ਆਪਣੀ ਵੱਲੋਂ ਵੀ ਵੇਖੋ, ਤੁਹਾਡੇ ਜੋ ਘਰਵਾਲੀ ਦਾ ਭਰਾ ਹੈ, ਜਿਨ੍ਹਾਂ ਦਾ ਨਾਮ ਗੁਰੂ ਨਾਨਕ ਸਾਹਿਬ ਹੈ, ਉਹ ਬਹੁਤ ਉਜਾੜਾ ਕਰ ਰਹੇ ਹੈ। ਉਹਨਾਂ ਨੂੰ ਸਮਝਾਓ ਬੁਝਾਓ ਵੀ ਇਹੋ ਜਿਹੇ ਕੰਮ ਨਾ ਕਰਨ। ਅੰਤ ਨੂੰ ਉਹ ਲੇਖਾ ਜੋਖੇ 'ਚ ਘਾਟਾ ਹੋ ਗਿਆ। ਨਵਾਬ ਦੌਲਤ ਖਾਂ ਬੜਾ ਸਖਤ ਕਰੜਾ ਹੈ, ਤੁਸੀਂ ਬੱਝ ਜਾਓਗੇ, ਉਹ ਵੀ ਬੱਝ ਜਾਵੇਗਾ। ਇਹਨਾਂ ਦੀ ਹਕੂਮਤ ਬਹੁਤ ਮਾੜੀ ਹੈ, ਤੁਹਾਨੂੰ ਪਤਾ ਹੀ ਹੈ। ਉਹ ਸੁਣ ਕੇ ਭਾਈ ਜੈ ਰਾਮ ਜੀ ਨੂੰ ਬੜਾ ਭੈ ਹੋ ਗਿਆ, ਡਰ ਹੋ ਗਿਆ, ਕਿਉਂਕਿ ਜਿਹੜੀ ਚੁਗਲੀ ਨਿੰਦਾ ਹੈ ਤੇ ਸਿਆਣਾ ਦਾ ਬਚਨ ਹੈ, ਪੱਥਰ ਪਾੜ ਦਿੰਦੀ ਹੈ। ਵੱਡਿਆਂ ਨੂੰ ਇਹ ਪਾੜ ਕੇ ਰੱਖ ਦਿੰਦੀ ਹੈ। ਕੋਈ ਕਿੰਨਾ ਵੀ ਪ੍ਰੇਮੀ ਪਿਆਰਾ ਹੋਵੇ, ਚੁੱਕਣਾ ਬਹੁਤ ਮਾੜੀ ਹੈ। ਚੁਗਲੀ ਨਿੰਦਿਆ ਬਹੁਤ ਮਾੜੀ ਹੈ।
ਉਹ ਚੁਗਲੀ ਨਹੀਂ। ਭਾਈਆ ਜੈ ਰਾਮ ਜੋ ਗੁਰੂ ਨਾਨਕ ਸਾਹਿਬ ਜੀ ਤੇ ਰੱਬ ਵਰਗਾ ਭਰੋਸਾ ਕਰਦੇ, ਪਰਮੇਸ਼ਰ ਮੰਨਦੇ, ਅੱਜ ਭੈ ਹੋ ਗਿਆ ਹੈ। ਪਤਨੀ ਨੂੰ ਕਿਹਾ ਕਿ ਪਤਨੀ ਨਾਨਕੀ ਤੂੰ ਹੀ ਦੱਸ ਮੈਂ ਕੀ ਕਰਾਂ। ਲੋਕ ਮੈਨੂੰ ਤੇ ਬਚਨ ਕਾਦੇ ਕਹਿੰਦੇ, ਮਾਨੋ ਮੇਰੇ ਹਿਰਦੇ ਤੇ ਤੀਰ ਮਾਰਦੇ ਤਿੱਖੇ ਕਰ ਕਰਕੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਐਵੇਂ ਮੋਤੀ ਖਾਨਾ ਲੁਟਾ ਰਿਹਾ ਜਿਵੇਂ ਰਾਜਾ ਹੋਵੇ। ਭੈਣ ਜੀ ਨੇ ਕਿਹਾ ਹੈ ਕਿ ਪਤੀ ਜੀ ਜੋ ਤੁਹਾਡੇ ਹੁਣ ਮਨ 'ਚ ਜੇ ਆਈ ਗਿਆ ਸੰਸਾ ਤੁਸੀਂ ਕਰੋ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ। ਬਾਕੀ ਮੇਰਾ ਭਰੋਸਾ ਅਡੋਲ ਹੈ। ਮੈਂ ਤੇ ਆਪਣੇ ਭਰਾ ਨੂੰ ਪਰਮੇਸ਼ਰ ਰੂਪ ਕਰਕੇ ਮੰਨਿਆ ਹੈ। ਤੁਸੀਂ ਮੈਨੂੰ ਸਮਝਾਉਂਦੇ ਸੀ, ਅੱਜ ਤੁਸੀਂ ਹੀ ਡੋਲ ਗਏ ਹੋ। ਬਾਕੀ ਜਿਵੇਂ ਤੁਹਾਡੀ ਮਰਜ਼ੀ। ਜੇ ਤੁਸੀਂ ਲੇਖਾ ਜੋਖਾ ਕਰਨਾ ਚਾਹੁੰਦੇ ਹੋ ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਘਰ ਬੁਲਾ ਲਓ ਤਾਂ ਜੋ ਲੇਖਾ ਜੋਖਾ ਹਿਸਾਬ ਕਿਤਾਬ ਹੋ ਸਕੇ। ਤੁਲਸਾ ਦਾਸੀ ਨੂੰ ਭੇਜ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਬੁਲਾਇਆ ਹੈ। ਸੱਚੇ ਪਾਤਸ਼ਾਹ ਜੀ ਤੁਲਸਾ ਦਾਸੀ ਨੇ ਇਸ ਤਰ੍ਹਾਂ ਕਹਿ ਕਰਕੇ ਵੀ ਤੁਸੀਂ ਜਾਓ, ਮਗਰੇ ਹੀ ਆ ਰਹੇ ਹਾਂ ਤੁਹਾਡੇ। ਹੱਟ ਵਿੱਚੋਂ 2.5 ਸਿਰ ਪਤਾਸੇ ਹੋਰ ਮਠਿਆਈ ਲੈ ਕੇ ਆ ਗਏ। ਭੈਣ ਜੀ ਨੇ, ਭਾਈਆ ਜੀ ਨੇ ਬੜਾ ਸਨਮਾਨ ਸਤਿਕਾਰ ਕੀਤਾ। ਮਹਾਰਾਜ ਪੁੱਛਣ ਲੱਗੇ, ਭੈਣ ਜੀ ਦੱਸੋ ਕਿਸ ਵਾਸਤੇ ਬੁਲਾਇਆ, ਕੀ ਕੰਮ ਹੈ। ਭੈਣ ਨਾਨਕੀ ਜੀ ਕਹਿਣ ਲੱਗੇ, ਮਹਾਰਾਜ ਤੁਹਾਡੇ ਦਰਸ਼ਨਾਂ ਦੀ ਇੱਛਾ ਬਹੁਤ ਸੀ ਕਿ ਤੁਹਾਡਾ ਦਰਸ਼ਨ ਕਰ ਲੈਂਦੇ ਤਾਂ ਸੱਦਿਆ ਹੈ। ਅੰਤਰਜਾਮੀ ਗੁਰੂ ਜੀ ਕਹਿਣ ਲੱਗੇ, ਭੈਣ ਜੀ ਅੰਦਰ ਭਰਮ ਹੋਇਆ ਹੈ, ਦਰਸ਼ਨਾਂ ਦੀ ਚਾਹਨਾ ਨਹੀਂ ਹੈ, ਅੰਦਰ ਭਰਮ ਹੋ ਗਿਆ ਹੈ। ਉਹ ਕੀ ਭਰਮ ਹੋਇਆ ਸਾਨੂੰ ਦੱਸੋ। ਫਿਰ ਭੈਣ ਜੀ ਕਹਿਣ ਲੱਗੇ, ਮਹਾਰਾਜ ਤੁਸੀਂ ਤੇ ਅੰਤਰਜਾਮੀ ਹੋ, ਦਿਲਾਂ ਦੀ ਜਾਣਨ ਵਾਲੇ ਹੋ, ਬਿਨ ਬੋਲਿਆਂ ਸਭ ਕੁਝ ਜਾਣਦੇ ਹੋ। ਇਵੇਂ ਉਹ ਸਾਰੇ ਬਚਨ ਵਿਲਾਸ ਹੋਏ। ਅੱਗੇ ਜਿਵੇਂ ਕਥਾ ਵਿਚਾਰ ਆ ਰਹੀ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨ ਭਗਨੀ ਮੈਂ ਉਰ ਜਾਨੀ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਭੈਣ ਜੀ ਦਰਸ਼ਨਾਂ ਦੀ ਚਾਹਨਾ ਤੇ ਨਹੀਂ ਹੈ, ਮਨ 'ਚ ਜਿਹੜਾ ਭਰਮ ਹੋਇਆ ਤੁਸੀਂ ਦੱਸੋ। ਭੈਣ ਜੀ ਕਹਿਣ ਲੱਗੇ, ਮਹਾਰਾਜ ਤੁਸੀਂ ਅੰਤਰਜਾਮੀ ਹੋ, ਤੁਹਾਡੇ ਵੱਲੋਂ ਕਿਹੜੀ ਗੱਲ ਲੁਕੀ ਛਿਪੀ ਹੈ, ਤੁਹਾਨੂੰ ਸਭ ਪਤਾ ਹੈ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਸੁਣ ਭੈਣ ਨਾਨਕੀ ਜੀ, ਮੈਂ ਤੇ ਆਪਣੇ ਹਿਰਦੇ ਵਿੱਚ ਦਿਲ ਵਿੱਚ ਇਉਂ ਜਾਣੀ ਹੈ ਗੱਲ। ਮੁਰ ਦੂਤੀ ਕਿਨੈ ਬਖਾਨੀ। ਇਹ ਸੁਲਤਾਨਪੁਰ ਦੇ ਵਿੱਚ ਕਿਸੇ ਚੁਗਲ ਨੇ ਸਾਡੀ ਆ ਚੁਗਲੀ ਕੀਤੀ ਹੈ ਆਗੇ ਹਮੈ ਸੰਦੇਹੋ। ਇਹ ਤੇ ਸਾਨੂੰ ਪਹਿਲਾਂ ਹੀ ਸੰਸਾ ਹੈ ਸੀ ਕਿ ਕਿਸੇ ਨਾ ਕਿਸੇ ਦਿਨ ਕਿਸੇ ਨੇ ਆ ਚੁਗਲੀ ਜ਼ਰੂਰ ਕਰਨੀ ਹੈ। ਸਭ ਲੇਖਾ ਅਬ ਕਰ ਲਿਹੋ। ਭੈਣ ਜੀ ਮੁੱਕਦੀ ਗੱਲ ਕਿ ਜਿਹੜਾ ਲੇਖਾ ਜੋਖਾ ਹਿਸਾਬ ਕਿਤਾਬ ਹੈ ਉਹ ਵੀ ਹੁਣ ਤੁਸੀਂ ਕਰ ਹੀ ਲਓ। ਬਹੁਤ ਦੇਰ ਭਾਈ ਬਿਨ ਲੇਖੇ। ਬਾਕੀ ਬਹੁਤ ਦਿਨ ਵੀ ਹੋ ਗਏ, 3.5 ਮਹੀਨੇ ਅੱਗੇ ਹੀ ਹੋ ਗਏ, ਦੇਰ ਹੋ ਗਈ ਹੈ ਹਿਸਾਬ ਕਿਤਾਬ ਕੀਤੇ ਨੂੰ। ਧਨ ਨਿਕਸਹਿ ਕਿਤਨਾ ਸੇਖੇ। ਨਾਲੇ ਉਹ ਹਿਸਾਬ ਕਿਤਾਬ ਹੋ ਜਾਵੇਗਾ ਜਿਹੜਾ ਕਿ ਕਿੰਨਾ ਖਰਚਾ ਆਇਆ ਹੈ, ਕਿੰਨੀ ਆਮਦਨ ਹੋਈ ਹੈ, ਕਿੰਨਾ ਕੁ ਧਨ ਪੈਸਾ ਸਾਡਾ ਵਾਧੇ ਦਾ ਨਿਕਲਿਆ, ਬਾਕੀ ਨਿਕਲਿਆ, ਉਹਦਾ ਵੀ ਪਤਾ ਲੱਗ ਜਾਊਗਾ। ਮਿਟ ਜੈ ਮਨ ਸੰਦੇਹਾ। ਜਿਹੜਾ ਤੁਹਾਡੇ ਮਨ ਵਿੱਚ ਆ ਸੰਦੇਹ ਸੰਸਾ ਭਰਮ ਜਿਹਾ ਹੋ ਗਿਆ ਹੈ ਕਿ ਪਤਾ ਨਹੀਂ ਘਾਟਾ ਹੀ ਨਾ ਹੋ ਗਿਆ ਹੋਵੇ। ਗੁਰੂ ਨਾਨਕ ਸਾਹਿਬ ਕਿਤੇ ਸਾਨੂੰ ਨਾ ਇੱਥੇ ਨਵਾਬ ਕੋ ਫੜਵਾ ਦੇਵੇ। ਇਹ ਤੁਹਾਡਾ ਮਨ ਦਾ ਭਰਮ ਵੀ ਦੂਰ ਹੋ ਜਾਵੇਗਾ। ਇਉਂ ਪੂਰਬ ਹੀ ਮੁਝ ਪ੍ਰੇਹਾ। ਕਿਉਂਕਿ ਭਾਈਆ ਜੀ ਭੈਣ ਜੀ ਸਾਨੂੰ ਤੇ ਆ ਪਹਿਲਾਂ ਹੀ ਆ ਸਭ ਇੱਛਾ ਹੈ ਸੀ ਕਿ ਲੇਖਾ ਜੋਖਾ ਹਿਸਾਬ ਕਿਤਾਬ ਕਰ ਲੈਣਾ ਚਾਹੀਦਾ ਹੈ।
ਸੁਨ ਭਗਨੀ ਦੇਤ ਦਿਲੇਸਾ। ਇਧਰੋਂ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਵੀ ਕਹਿ ਦਿੱਤਾ ਹੈ ਅੰਤਰਜਾਮਤਾ ਨਾਲ, ਭੈਣ ਜੀ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਦਿਲਾਸਾ ਦਿੰਦੇ ਹੈ, ਹੌਸਲੇ ਦਿੰਦੇ ਹਨ। ਨਹਿ ਕੋ ਭਰਾਤ ਅੰਦੇਸਾ। ਨਹੀਂ ਨਹੀਂ ਮਹਾਰਾਜ ਭਰਾ ਜੀ, ਆ ਮੈਨੂੰ ਸਾਨੂੰ ਤੇ ਕੋਈ ਆ ਸੰਸਾ ਨਹੀਂ ਹੈ, ਕੋਈ ਭਰਮ ਨਹੀਂ ਤੁਹਾਡੇ ਉੱਤੇ। ਸਭ ਲੇਖਾ ਲੈਣਾ ਦੇਣਾ। ਕਿਉਂਕਿ ਜਿਹੜੇ ਮਹਾਰਾਜ ਆ ਸਾਰਾ ਲੇਖਾ ਹੈ, ਹਿਸਾਬ ਕਿਤਾਬ, ਕੋਈ ਲੈਣਾ ਦੇਣਾ। ਨਿਤ ਚਲਿਓ ਜਾਤ ਘਟ ਹੈ ਨਾ। ਉਹ ਹਮੇਸ਼ਾ ਭਰਾ ਜੀ ਆ ਚੱਲਿਆ ਹੀ ਜਾ ਰਿਹਾ, ਸਹੀ ਸਹੀ, ਆ ਘੱਟ ਤੇ ਕੁਝ ਵੀ ਨਹੀਂ ਹੈ, ਅੱਜ ਤੱਕ ਤੇ ਕੋਈ ਕਮੀ ਨਹੀਂ ਹੈ ਆਈ। ਭੋ ਭਗਨੀ ਸਤ ਲਾਈ। ਗੁਰੂ ਨਾਨਕ ਸਾਹਿਬ ਜੀ ਸੁਣ ਕੇ ਕਹਿਣ ਲੱਗੇ, ਭੈਣ ਨਾਨਕੀ ਜੀ, ਇੱਕ ਬਚਨ ਤੇ ਤੁਸਾਂ ਨੇ ਸਾਤੀ ਸਾਚੀ ਕਿਹਾ ਹੈ। ਧਰ ਲੇਖਾ ਲਾਜ ਨਾਰਾਈ। ਫਿਰ ਵੀ ਜਿਹੜਾ ਲੇਖਾ ਹੈ ਉਹ ਕਰਨਾ ਹੀ ਯੋਗ ਹੈ, ਕਰ ਲੈਣਾ ਚਾਹੀਦਾ। ਲੇਖਾ ਧਾਰ, ਹਿਸਾਬ ਕਿਤਾਬ ਕਰ ਲੈਣਾ ਚਾਹੀਦਾ ਵੀ ਹਿਸਾਬ ਕਿਤਾਬ ਅੱਜ ਨਹੀਂ ਕੱਲ੍ਹ ਨੂੰ ਤੇ ਕਰਨਾ ਹੀ ਹੈ। ਇਹਦੇ ਵਿੱਚ ਤੇ ਰਾਈ ਮਾਤਰ ਵੀ, ਥੋੜ੍ਹਾ ਮਾਤਰ ਵੀ ਆ ਲੱਜਿਆ ਨਹੀਂ ਹੈ। ਨਹਿ ਕਰੀਏ ਅਬ ਕਛ ਦੇਰਾ। ਫਿਰ ਹੁਣ ਤੁਸੀਂ ਤਿਆਰੀ ਕਰੋ, ਆਪਾਂ ਹੁਣ ਕੋਈ ਦੇਰ ਨਾ ਕਰੀਏ। ਸਭ ਲੇਖਾ ਲੇਹੋ ਨਬੇਰਾ। ਜਿਹੜਾ ਸਭ ਆ ਸਾਢੇ ਕੁ 3 ਮਹੀਨਿਆਂ ਦਾ ਲੇਖਾ ਜੋਖਾ ਹਿਸਾਬ ਕਿਤਾਬ ਪਿਆ ਹੈ ਵੀ ਉਹ ਨਿਬੇੜ ਹੀ ਲਈਏ, ਕਰ ਹੀ ਲਈਏ। ਮਨ ਸੰਸੈ ਜਾਹੇ ਨਿਵਾਰਾ। ਮਨ ਦਾ ਜਿਹੜਾ ਸੰਸਾ ਭਰਮ ਹੈ ਉਹ ਵੀ ਦੂਰ ਹੋ ਜਾਵੇਗਾ। ਹੋਵੈ ਦੂਤਨ ਕਾ ਮੁਖ ਕਾਰਾ। ਨਾਲੇ ਜਦੋਂ ਭੈਣ ਜੀ ਲੇਖਾ ਜੋਖਾ ਹੋ ਜਾਵੇਗਾ, ਉਹ ਚੁਗਲੀ ਕਰਨ ਵਾਲੇ ਨਿੰਦਕਾਂ ਦਾ ਮੂੰਹ ਵੀ ਕਾਲਾ ਹੋ ਹੀ ਜਾਵੇਗਾ। ਸੁਨ ਭਗਨੀ ਬੈਨ ਉਚਾਰਾ। ਸੁਣ ਕੇ ਭੈਣ ਨਾਨਕੀ ਜੀ ਨੇ ਬਚਨ ਕਿਹਾ, ਜਿਉ ਉਪਜਿਓ ਹਿਰਦੇ ਵਿਚਾਰਾ। ਮਹਾਰਾਜ ਭਰਾਜ ਗੁਰੂ ਨਾਨਕ ਸਾਹਿਬ ਜੀ, ਜੋ ਤੁਹਾਡੇ ਹਿਰਦੇ ਦੇ ਵਿੱਚ ਆ ਵਿਚਾਰ ਪੈਦਾ ਹੋਈ, ਜਿਵੇਂ ਤੁਸੀਂ ਚਾਹੁੰਦੇ ਹੋ। ਮਨ ਜਾਣਹੁ ਕਰੀਏ ਸੋਈ। ਉਹ ਤੁਸੀਂ ਮਨ ਵਿੱਚ ਚੰਗਾ ਜਾਣ ਕੇ ਜੋ ਤੁਹਾਡੀ ਇੱਛਾ ਵੀ ਕਿਵੇਂ ਕਰਨਾ ਚਾਹੀਦਾ ਹੈ, ਉਸੇ ਤਰ੍ਹਾਂ ਹੀ ਕਰ ਕਰਾ ਲਈਏ। ਜਿਉ ਹਿਰਦੇ ਹਰਖ ਤਵ ਹੋਈ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੁਹਾਡੇ ਹਿਰਦੇ ਵਿੱਚ ਖੁਸ਼ੀ ਹੁੰਦੀ ਹੈ। ਲੈ ਸੰਗ ਚਲੇ ਜੈ ਰਾਮਾ। ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈਆ ਜੈ ਰਾਮ ਜੀ ਨੂੰ ਨਾਲ ਲੈ ਕੇ ਤੇ ਚੱਲੇ ਹਨ। ਜਹ ਦੌਲਤ ਖਾਂ ਕੋ ਧਾਮਾ। ਜਿੱਥੇ ਨਵਾਬ ਦੌਲਤ ਖਾਂ ਦਾ ਘਰ ਹੈ ਸੀ। ਮਿਲ ਨਵੀਂ ਸਿੰਧ ਸੋ ਬਾਸੇ। ਸਤਿਗੁਰੂ ਨਾਨਕ ਸਾਹਿਬ ਜੀ ਨਵਾਬ ਦੌਲਤ ਖਾਂ ਦੇ ਘਰ ਚਲੇ ਗਏ ਹੈ, ਜਿੱਥੇ ਉਹ ਖਜ਼ਾਨ ਜਿਹੜਾ ਮੁਨਸ਼ੀ ਸੀ ਲੇਖਾ ਜੋਖਾ ਕਰਨ ਵਾਲਾ, ਉਹਦੇ ਨਾਲ ਮਿਲ ਕੇ ਸਤਿਗੁਰ ਜੀ ਜਾ ਬੈਠੇ ਹਨ। ਨਰ ਪ੍ਰਾਕ੍ਰਿਤ ਹੋਵਹਿ ਜਾਸੇ। ਇਸ ਤਰ੍ਹਾਂ ਜਾ ਬੈਠੇ ਐ ਜਿਵੇਂ ਕਹਿੰਦੇ ਆਮ ਮਨੁੱਖ, ਸੰਸਾਰੀ ਮਨੁੱਖ ਜਾ ਕੇ ਬੈਠ ਜਾਂਦਾ ਨਾ ਹਿਸਾਬ ਕਿਤਾਬ ਕਰਨ ਵਾਸਤੇ। ਸਾਡੇ ਵਰਗੇ ਜਿਹੜੇ ਆਮ ਹੈ ਜਾ ਕੇ ਮੁਨਸ਼ੀਆਂ ਨਾਲ ਹਿਸਾਬ ਕਿਤਾਬ ਕਰਨ ਲੱਗ ਪੈਂਦੇ ਹੈ। ਗੁਰੂ ਨਾਨਕ ਦੇਵ ਮਹਾਰਾਜ ਦੇ ਪਰਮੇਸ਼ਰ ਹੈ, ਪਰ ਕਵੀ ਜੀ ਨੇ ਇੱਥੇ ਤੇ ਭਾਈ ਬਾਲਾ ਜੀ ਕਹਿ ਰਹੇ, ਮਹਾਰਾਜ ਗੁਰੂ ਅੰਗਦ ਦੇਵ ਜੀ ਜੋ ਸਤਿਗੁਰੂ ਮਹਾਰਾਜ ਸਭ ਲੇਖਿਆਂ ਦੇ ਮਾਲਕ ਹੈ, ਸਾਰੇ ਲੇਖੇ ਜੋਖੇ ਜਿਨ੍ਹਾਂ ਦੀ ਆਗਿਆ ਵਿੱਚ ਹੋ ਰਹੇ ਹੈ, ਅੱਜ ਉਹ ਆਮ ਜੇ ਸੰਸਾਰੀ ਮਨੁੱਖ ਬਣ ਕੇ ਤੇ ਮੁਨਸ਼ੀ ਨਾਲ ਜਾ ਬੈਠੇ ਹੈ। ਜੋ ਆਮਦ ਖਰਚ ਭਇਓ ਹੈ। ਜੋ ਵੀ ਆਮਦਨ ਤੇ ਖਰਚਾ ਹੋਇਆ ਹੈ, ਸਭ ਭਾਖ ਲਿਖਾਏ ਦਇਓ ਹੈ। ਉਹ ਸਾਰਾ ਮਹਾਰਾਜ ਜੀ ਨੇ ਕਹਿ ਕਰਕੇ ਮੁਨਸ਼ੀ ਨੂੰ ਲਿਖਾ ਦਿੱਤਾ ਵੀ ਇੰਨੀ ਆਮਦਨ ਹੋਈ, ਇੰਨਾ ਖਰਚਾ ਹੋਇਆ ਹੈ। ਦੋਹਰਾ 3 ਮਹੀਨੇ ਅਰਧ ਪੌਨਾ। ਇਸ ਤਰ੍ਹਾਂ 3 ਮਹੀਨੇ ਪੁਨਾ।
ਲੇਖਕ ਲੇਖਾ ਕੀਨਾ। 3.5 ਮਹੀਨੇ ਹੋ ਗਏ ਸੀ ਲੇਖਾ ਕੀਤੇ ਹੋਏ ਨੂੰ। ਉਹ ਲੇਖਕ ਜਿਹੜਾ ਮੁਨਸ਼ੀ ਲੇਖਾ ਕਰਨ ਵਾਲਾ, ਉਹਨੇ 3.5 ਮਹੀਨਿਆਂ ਦਾ ਆਮਦਨ ਖਰਚੇ ਦਾ ਹਿਸਾਬ ਕਿਤਾਬ ਕੀਤਾ। 1,735 ਰਜਤ ਪਾਣਾ। ਜਦੋਂ ਹਿਸਾਬ ਕਿਤਾਬ ਕੀਤਾ ਹੈ ਤੇ 135 ਰੁਪਏ ਹੈ ਉਹ ਵਾਧੇ ਨਿਕਲੇ ਹੈ। ਵਾਧੇ ਦਾਨੀ ਦੀਨਾ। ਗਰੀਬਾਂ ਨੂੰ ਜੋ ਦਾਨ ਦੇਣ ਵਾਲੇ ਦਾਨੀ ਹੈ ਗੁਰੂ ਨਾਨਕ ਸਾਹਿਬ ਜੀ, ਹਿਸਾਬ ਕਿਤਾਬ ਕੀਤਿਆਂ 135 ਰੁਪਏ ਵਾਧੇ ਨਫੇ ਦੇ ਨਿਕਲੇ ਹਨ। ਹਾਕਲ ਛੰਦ ਕੀਏ ਕਮਲ ਨੈਣ ਜਬ ਲੇਖਾ। ਜਦੋਂ ਕਮਲ ਵਰਗੇ ਨੇਤਰਾਂ ਵਾਲਿਆਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਹ ਲੇਖਾ ਜੋਖਾ ਹਿਸਾਬ ਕਿਤਾਬ ਕੀਤਾ ਹੈ, ਤਬ ਨਿਕਸਿਓ ਇਤਨਾ ਸੇਖਾ। ਤਦੋਂ ਜਿਹੜਾ 135 ਰੁਪਏ ਬਚਤ ਦੇ ਨਫੇ ਦੇ ਨਿਕਲਿਆ ਹੈ। ਜੈ ਰਾਮ ਹਿਰਦੈ ਤਿਹ ਕਾਲਾ। ਭਾਈਆ ਜੈ ਰਾਮ ਜੀ ਵੀ 135 ਰੁਪਏ ਗੁਰੂ ਨਾਨਕ ਸਾਹਿਬ ਜੀ ਦੇ ਵੱਧ ਨਿਕਲ ਆਏ ਹੈ। ਉਸ ਸਮੇਂ ਭੀ ਲੱਜਾ ਹਰਖ ਵਿਸਾਲਾ। 135 ਰੁਪਏ ਦੇ ਕੇ ਭਾਈਆ ਜੈ ਰਾਮ ਤੇ ਬਹੁਤ ਖੁਸ਼ ਹੋਏ ਹੈ ਤੇ ਸ਼ਰਮ ਵੀ ਮਨ 'ਚ ਬੜੀ ਮੰਨਦੇ ਹੈ। ਖੁਸ਼ ਤੇ ਤਾਂ ਹੋਏ ਹੈ ਕਿ ਚਲੋ ਸਾਡੇ ਮਨ 'ਚ ਭਰਮ ਸੀ ਵੀ ਜੇ ਘਾਟਾ ਨਿਕਲ ਆਉਂਦਾ ਸਾਨੂੰ ਭਰਨਾ ਪੈਣਾ ਸੀ। ਜੇ ਦਿੰਦੇ ਨਾ ਨਵਾਬ ਦੌਲਤ ਖਾਂ ਸਾਨੂੰ ਪੁੱਛਦਾ। ਚਲੋ ਚੰਗਾ ਹੋਇਆ 135 ਰੁਪਏ ਵੱਧ ਹੀ ਨਿਕਲੇ ਸਾਡੇ ਹੀ ਹੈ ਤੇ ਖੁਸ਼ੀ ਹੋਈ ਹੈ। ਸ਼ਰਮ ਤੇ ਇਸ ਗੱਲ ਦੀ ਆ ਰਹੀ ਹੈ ਮਨ 'ਚ ਵੀ ਉਹ ਮਨਾ ਤੂੰ ਐਸੇ ਗੁਰੂ ਪਰਮੇਸ਼ਰ ਹੈ, ਉਹਨਾਂ ਤੇ ਤੂੰ ਕਿਵੇਂ ਆ ਸ਼ੰਕੇ ਜੇ ਕਰੀ ਜਾਂਦਾ ਹੈ। ਇਹ ਘਟੀ ਬਸੂਰਤ ਪੂਰਾ। ਉਸ ਸਮੇਂ ਭਾਈਆ ਜੈ ਰਾਮ ਜੀ ਬੜਾ ਝੂਰਦੇ ਮਨਾ ਕਾਹਨੂੰ ਗੁਰੂ ਤੇ ਸ਼ੱਕ ਕਰਨਾ ਸੀ ਤੂੰ। ਮੈਂ ਭਰਮਿਓ ਭਾਖੇ ਕੂਰਾ। ਐਵੇਂ ਉਹ ਝੂਠੇ ਲੋਕ ਨਿੰਦਕ ਲੋਕ ਮੁਖੋਂ ਕਹਿੰਦੇ ਰਹੇ ਤੇ ਮੈਂ ਵੀ ਮਨ ਕਰਕੇ ਭਰਮ ਗਿਆ, ਗੁਰੂ ਤੇ ਹੀ ਸ਼ੰਕਾ ਕਰ ਲਿਆ। ਰਲ ਆਏ ਧਾਮ ਜਰਾਮਾ। ਜਦੋਂ ਇਸ ਤਰ੍ਹਾਂ ਸਾਰਾ ਹਿਸਾਬ ਕਿਤਾਬ ਹੋ ਗਿਆ, ਭਾਈਆ ਜੈ ਰਾਮ ਜੀ ਨਾਲ ਮਿਲ ਜੁਲ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਘਰ ਨੂੰ ਵਾਪਸ ਆ ਗਏ ਹਨ। ਮਚ ਬੈਠੇ ਸੇਵਕ ਸਾਮਾ। ਜੋ ਆਪਣੇ ਸੇਵਕਾਂ ਨੂੰ ਸ਼ਰਨ ਦੇਣ ਵਾਲੇ ਹੈ, ਆਪਣੇ ਸੇਵਕਾਂ ਦਾ ਆਸਰਾ ਗੁਰੂ ਨਾਨਕ ਸਾਹਿਬ ਜੀ ਸੋਹਣੇ ਪਲੰਘ ਤੇ ਆ ਕੇ ਘਰ ਬੈਠੇ ਹਨ। ਤਬ ਭਗਨੀ ਬੂਝਤ ਐਸੋ। ਤਦੋਂ ਬੈਠੇ ਐ ਭੈਣ ਨਾਨਕੀ ਜੀ ਨੇ ਐਵੇਂ ਪੁੱਛਿਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹੋ ਲੇਖਾ ਨਿਬਰਿਓ ਕੈਸੋ। ਹਿਸਾਬ ਕਿਤਾਬ ਕਰਨ ਵਾਸਤੇ ਗਏ ਸੀ, ਦੱਸੋ ਲੇਖਾ ਹਿਸਾਬ ਕਿਤਾਬ ਕਿਸ ਤਰ੍ਹਾਂ ਨਿਬੜਿਆ ਹੈ। ਸੁਖ ਐਨ ਹੈ ਬੈਨ ਬਖਾਨੇ। ਸੁੱਖਾਂ ਦੇ ਘਰ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਹੇ। ਸੁਣ ਜੀਜਾ ਬਾਤ ਸੋ ਜਾਣੇ। ਕਿ ਹੇ ਭੈਣ ਸਾਡਾ ਬਚਨ ਸੁਣ। ਇਹ ਜਿਹੜੀ ਤੁਸੀਂ ਪੁੱਛੇ ਵੀ ਕਿਸ ਤਰ੍ਹਾਂ ਲੇਖਾ ਜੋਖਾ ਹੋਇਆ ਹੈ, ਇਹ ਜੀਜਾ ਜੀ ਨਾਲ ਹੀ ਗਏ ਸੀ ਭਾਈਆ ਜੈ ਰਾਮ ਜੀ, ਸਾਰੀ ਗੱਲ ਜਾਣਦੀ ਹੈ। ਇਹ ਲੀਜੈ ਮੋਦੀ ਖਾਨਾ। ਇਹ ਸਭ ਕੁਝ ਜਾਣਦੇ ਵੀ ਕੀ ਉੱਥੇ ਹਿਸਾਬ ਕਿਤਾਬ ਹੋਇਆ, ਕਿੰਨਾ ਬਚਿਆ ਹੈ। ਇਹ ਗੱਲ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੈ ਕਿ ਭੈਣ ਜੀ ਹੁਣ ਅਸੀਂ ਕਹਿੰਦੇ ਕਿ ਇਹ ਜਿਹੜਾ ਮੋਦੀ ਖਾਨੇ ਦਾ ਕੰਮ ਕਾਰ ਹੈ ਨਾ, ਇਹ ਤੁਸੀਂ ਲੈ ਲਓ, ਸਾਡੇ ਕੋਲ ਸੰਭਾਲ ਲਓ ਆਪਣਾ ਕੰਮ। ਅਬ ਹੋਏ ਨਾਮ ਗੁਜਰਾਨਾ। ਭੈਣ ਜੀ ਇਸ ਤਰ੍ਹਾਂ ਕੀਤਾ ਸਾਡਾ ਮੇਰਾ ਤੇ ਨਹੀਂ ਗੁਜ਼ਾਰਾ ਹੋਣਾ। ਕਰਤਾਰੰ ਮਮ ਕਰਤਾਰੰ। ਆ ਸਾਡੀ ਤੇ ਜਿਹੜੀ ਹੈ ਨਾ ਉਹ ਪਰਮੇਸ਼ਰ ਦੀ ਜਿਹੜੀ ਕਰਤਾਰ ਦੀ ਜਿਹੜੀ ਸਤ ਕਰਤਾਰ ਦੀ ਜਿਹੜੀ ਫਤਿਹ ਹੈ, ਆ ਸਾਡੀ ਤੇ ਤੁਹਾਨੂੰ ਕਰਤਾਰ ਹੀ ਕਰਤਾਰ ਹੈ। ਤੁਹਾਡੇ ਨਾਲ ਮਹਾਰਾਜ ਕਹਿੰਦੇ ਭੈਣ ਜੀ ਸਾਡੀ ਫਤਿਹ ਹੀ ਫਤਿਹ ਹੈ। ਜਾਂ ਐਵੇਂ ਵੀ ਉਹ ਜੋ ਕਰਤਾਰ ਪਰਮੇਸ਼ਰ ਹੈ ਉਹਦੇ ਹੱਥ ਵਿੱਚ ਹੀ ਸਾਡੀ ਤਾਰ ਹੈ ਅਤੇ ਸਾਡੇ ਵੱਲੋਂ ਤੁਹਾਨੂੰ ਵੀ ਆ ਕਰਤਾਰ ਹੀ ਕਰਤਾਰ ਹੈ। ਮੋਦੀ ਖਾਨੇ ਦਾ ਕੰਮ ਭੈਣ ਜੀ ਤੁਸੀਂ ਸੰਭਾਲ ਲਓ ਹੁਣ ਆਪ ਹੀ। ਨਿਜ ਕਾਰਜ ਲੇਹੋ ਸੰਭਾਰਾ। ਇਹ ਜਿਹੜਾ ਆਪਣਾ ਕੰਮ ਮੋਦੀ ਖਾਨੇ ਦਾ ਤੁਸੀਂ ਹੀ ਸੰਭਾਲ ਲਓ।
ਚਲਬੇ ਕੀ ਕੀਨੀ ਤਿਆਰੀ। ਮਹਾਰਾਜ ਜੀ ਨੇ ਚੱਲਣ ਦੀ ਐਵੇਂ ਤਿਆਰੀ ਕਰ ਲਈ। ਵੇਖ ਲਓ ਸਾਧ ਸੰਗਤ ਜੀ, ਨਿੰਦਿਆ ਤੇ ਭਰਮ ਇਹੋ ਜਿਹੀ ਚੀਜ਼ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਰਮਾਤਮਾ ਹੈ। ਭੈਣ ਜੀ ਤੇ ਭਾਈਆ ਜੈ ਰਾਮ ਜੀ ਨੇ ਇੱਕੋ ਵਾਰ ਹੀ ਭਰਮ ਕੀਤਾ ਹੈ। ਕਥਾ ਜਿਹੜੇ ਸੁਣਦੇ ਉਹੀ ਉਹਨਾਂ ਨੂੰ ਪਤਾ ਹੋਊਗਾ ਵੀ ਕਿੰਨੀ ਵਾਰ ਇਹ ਗੱਲ ਹੋਈ ਹੈ। ਪਹਿਲੀ ਵਾਰ ਹੀ ਭਰਮ ਕੀਤਾ ਵੀ ਕਿਤੇ ਗੁਰੂ ਨਾਨਕ ਸਾਹਿਬ ਜੀ ਦਾ ਲੇਖਾ ਜੋਖਾ ਘੱਟ ਨਾ ਨਿਕਲ ਆਵੇ, ਫਿਰ ਸਾਨੂੰ ਨਾ ਭੁਗਤਣਾ ਪਵੇ। ਤੇ ਮਹਾਰਾਜ ਜੀ ਨੇ ਉਹ ਲੇਖਾ ਜੋਖਾ ਵੀ ਵੱਧ ਕੱਢ ਕੇ ਦਿਖਾ ਦਿੱਤਾ ਹੈ। ਤੇ ਨਿੰਦਿਆ ਦੇ ਗੁਰੂ ਜੀ ਨੇ ਭਰਮ ਚੰਗਾ ਨਹੀਂ ਲੱਗਾ। ਤੇ ਮਹਾਰਾਜ ਜੀ ਕਹਿੰਦੇ ਆ, ਭੈਣ ਜੀ ਇਹ ਲੇਖਾ ਜੋਖੇ ਮੋਦੀ ਖਾਨੇ ਦਾ ਤੁਸੀਂ ਕੰਮ ਸੰਭਾਲੋ, ਸਾਡਾ ਤੇ ਇਦਾਂ ਗੁਜ਼ਾਰਾ ਨਹੀਂ ਹੈ। ਪਰਮੇਸ਼ਰ ਨੂੰ, ਗੁਰੂ ਨੂੰ ਨਿੰਦਿਆ ਤੇ ਭਰਮ ਬਿਲਕੁਲ ਨਹੀਂ ਜੇ ਪਾਉਂਦਾ। ਅਸੀਂ ਹੁਣ ਕਿੰਨਾ ਭਰਮ ਕਰ ਰਹੇ ਹਾਂ ਆਹ ਸਮੇਂ ਦੇ ਵਿੱਚ, ਇਹ ਤਾਂ ਅਸੀਂ ਆਪ ਹੀ ਜਾਣਦੇ ਹਾਂ। ਇੱਥੇ ਕਿਹਦੀ ਗੱਲ ਕੀਤੀ ਜਾਵੇ ਵੀ ਕਿਹੜਾ ਕਿਹੜਾ ਭਰਮ ਕਰ ਰਿਹਾ ਹੈ। ਤੇ ਹੋ ਕੇ ਗੁਰੂ ਕੇ ਸਿੱਖ, ਗੁਰੂ ਤੇ ਭਰਮ ਕਰਨਾ, ਇਹ ਜਿਹੜੀ ਅੰਦਰ ਦੀ ਚਤਰਾਈ ਹੈ ਜਾਂ ਬਾਹਰ ਦੀ ਚਤਰਾਈ ਹੈ, ਲੋਕ ਦਿਖਾਵਾ, ਇਹਦੇ ਨਾਲ ਗੁਰੂ ਨੂੰ ਨਹੀਂ ਕੁਝ ਵੀ ਜੇ ਪਾਉਂਦਾ। ਅਸੀਂ ਇੱਥੇ ਵਿਖਾਵੇ ਵਿੱਚ ਦੂਜਿਆਂ ਨੂੰ ਵਿਖਾ ਸਕਦੇ ਹਾਂ ਕਿ ਅਸੀਂ ਕਿੰਨਾ ਗੁਰੂ ਨਾਲ ਜੁੜੇ ਹੋਏ ਹਾਂ, ਅਸੀਂ ਗੁਰੂ ਨੂੰ ਕਿੰਨਾ ਪ੍ਰੇਮ ਕਰਦੇ ਹਾਂ। ਅੰਦਰ ਦੇ ਜਿਹੜੇ ਭਰਮ ਉਹ ਸਤਿਗੁਰੂ ਜਾਣਦੇ ਆ। ਇਤਿਹਾਸ ਵਿੱਚ ਗਵਾਹੀ ਹੈ ਵੀ ਇੱਕ ਵਾਰ ਹੀ ਭਾਈਆ ਜੈ ਰਾਮ ਉਹਨਾਂ ਨੇ ਭਰਮ ਹੀ ਕੀਤਾ ਹੈ। ਤੇ ਮਹਾਰਾਜ ਜੀ ਵੇਖ ਲਓ, ਜੋ ਪਰਮੇਸ਼ਰ ਉਹਨਾਂ ਨੇ ਇਸ ਗੱਲ ਦੀ ਰੰਜਿਸ਼ ਮੰਨੀ ਹੈ ਕਿ ਜੇ ਤੁਹਾਨੂੰ ਸਾਡੇ 'ਤੇ ਭਰੋਸਾ ਨਹੀਂ ਤਾਂ ਇਹ ਕੰਮ ਕਾਹਨੂੰ ਕਰਨਾ ਹੈ, ਅਸੀਂ ਛੱਡ ਕੇ ਚਲੇ ਜਾਂਦੇ ਹਾਂ। ਇਸ ਤਰ੍ਹਾਂ ਕਹਿ ਕਰਕੇ ਮਹਾਰਾਜ ਜੀ ਨੇ ਚੱਲਣ ਦੀ ਤਿਆਰੀ ਕਰ ਲਈ ਹੈ। ਸ੍ਰੀ ਨਾਨਕ ਪਰ ਉਪਕਾਰੀ। ਜੋ ਗੁਰੂ ਨਾਨਕ ਦੇਵ ਮਹਾਰਾਜ ਗਰੀਬਾਂ ਦਾ ਭਲਾ ਕਰਨ ਵਾਲੇ ਪਰਉਪਕਾਰੀ ਗੁਰੂ ਜੀ ਹਨ। ਜੈ ਰਾਮ ਉਠਿਓ ਤਿਹ ਕਾਲਾ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਤੇ ਭਾਈ ਬਾਲਾ ਜੀ ਨੇ ਚੱਲਣ ਦੀ ਤਿਆਰੀ ਕੀਤੀ, ਭਾਈਆ ਜੈ ਰਾਮ ਜੀ ਬੜੀ ਛੇਤੀ ਉੱਠੇ ਐ। ਗਹਿ ਪਗ ਕਹਿ ਬਿਨੈ ਬਿਸਾਲਾ। ਕਿੱਥੇ ਏਡੀ ਵੱਡੀ ਉਮਰ ਹੈ, ਭਾਈਆ ਜੈ ਰਾਮ ਜੀ ਉੱਠੇ ਬੜੀ ਛੇਤੀ ਨਾਲ। ਗੁਰੂ ਮਹਾਰਾਜ ਦੇ ਘੁੱਟ ਕੇ ਚਰਨ ਫੜ ਲਏ, ਚਰਨੀ ਡਿੱਗ ਪਏ ਹਨ। ਕਰ ਭਗਨੀ ਰੁਦਨ ਅਲਾਵਾ। ਭਾਈਆ ਜੈ ਰਾਮ ਜੀ ਤੇ ਗੁਰੂ ਜੀ ਦੇ ਚਰਨ ਨਹੀਂ ਛੱਡ ਰਹੇ। ਇੱਧਰੋਂ ਭੈਣ ਨਾਨਕੀ ਜੀ ਰੋਂਦੇ ਆ ਤੇ ਨਾਲੇ ਕਹਿੰਦੇ ਹਨ, ਇਉ ਭਰਾਤਾ ਕਿਉਂ ਬਨ ਆਵੇ। ਹੇ ਭਰਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ, ਤੁਹਾਨੂੰ ਐਵੇਂ ਕਿਵੇਂ ਬਣ ਆਉਂਦਾ ਹੈ। ਮੁਝ ਮਾਰਹੁ ਤੋ ਕਿਤ ਜਾਵਹੁ। ਮਹਾਰਾਜ ਜਾਣ ਤੋਂ ਪਹਿਲਾਂ ਮੈਨੂੰ ਭੈਣ ਨੂੰ ਤੁਸੀਂ ਮਾਰੋ ਤੇ ਫਿਰ ਹੀ ਕਿਸੇ ਪਾਸੇ ਜਾਓ। ਜੋ ਰਹਿ ਹੋ ਮੋਹਿ ਜਿਆਵਹੁ। ਜੇ ਤੁਸੀਂ ਮੈਨੂੰ ਜਿਉਂਦਾ ਵੇਖਣਾ ਚਾਹੁੰਦੇ, ਜਿਉਂਦਾ ਰੱਖਣੇ ਚਾਹੁੰਦੇ ਹੋ ਤੇ ਮਹਾਰਾਜ ਜੀ ਫਿਰ ਇੱਥੇ ਹੀ ਰਹਿਣਾ ਕਰੋ। ਜੇ ਤੁਸਾਂ ਨੇ ਜਾਣਾ ਹੈ ਤੇ ਪਹਿਲਾਂ ਇਸ ਭੈਣ ਨੂੰ ਵੀ ਮਾਰ ਹੀ ਜਾਓ। ਤੁਮ ਮਿਰਦੁਲ ਸਰਲ ਸੁਭਾਉ। ਸੱਚਾ ਪਾਤਸ਼ਾਹ ਤੁਹਾਡਾ ਤੇ ਕੋਮਲ ਸਰਲ ਨਿਸ਼ਕਪਟ ਸੁਭਾਅ ਹੈ, ਸਿੱਧਾ ਜਿਹਾ। ਕਰ ਔਗਣ ਚਿਤ ਨਾ ਕਾਉ। ਮਹਾਰਾਜ ਅਸੀਂ ਤੇ ਔਗਣਾਂ ਨਾਲ ਭਰੇ ਹੋਏ ਹਾਂ, ਔਗਣ ਸਾਡੇ 'ਚ ਬਹੁਤ ਹੈ, ਔਗਣਾ ਕਰਕੇ ਅਸੀਂ ਮੈਲੇ ਹਾਂ ਮਹਾਰਾਜ। ਤੇ ਤੁਸੀਂ ਕਿਉਂ ਆਪਣੇ ਮਨ ਦੇ ਵਿੱਚ, ਚਿੱਤ ਦੇ ਵਿੱਚ ਕੋਈ ਲਿਆਉਂਦੇ ਹੋ ਰੰਜਿਸ਼? ਕੋਈ ਸਾਡਾ ਔਗਣ ਨਾ ਚੇਤੇ ਕਰੋ ਚਿੱਤ ਵਿੱਚ। ਹਮ ਭੁੱਲਣ ਹਾਰ ਸਦਾਈ। ਮਹਾਰਾਜ ਅਸੀਂ ਤੇ ਇਹੋ ਜਿਹੇ ਭੁੱਲਣ ਹਾਰੀਆਂ ਸਦਾ, ਅਸੀਂ ਤੇ ਭੁੱਲੇ ਰਹਿੰਦੇ ਹਾਂ, ਗੁਰੂ ਨੂੰ ਨਹੀਂ ਬਖਸ਼ਦੇ, ਗੁਰੂ ਕੇ ਸੰਤਾਂ ਮਹਾਂਪੁਰਸ਼ਾਂ ਨੂੰ ਨਹੀਂ ਬਖਸ਼ਦੇ। ਗੁਰੂ ਦੇ ਸੰਤਾਂ ਦੀ ਤੇ ਬਹੁਤ ਦੂਰ ਦੀ ਗੱਲ ਹੈ, ਲੋਕ ਤੇ ਗੁਰੂ ਨੂੰ ਨਹੀਂ ਬਖਸ਼ਦੇ। ਕੀ ਨਹੀਂ ਆ ਰਿਹਾ ਹੈ ਮੀਡੀਆ 'ਤੇ, ਤੁਸੀਂ ਵੇਖੋ ਕੀ ਨਹੀਂ, ਅਸੀਂ ਇੱਥੇ ਅੱਖੀ ਨਹੀਂ ਕੀ ਦੇਖ ਰਹੇ ਕਿ ਗੁਰੂ ਨੂੰ ਅਸੀਂ ਕਿੰਨਾ ਕੁ ਬਖਸ਼ਦੇ ਹਾਂ। ਗੁਰੂ ਦੀ ਵੀ ਨਿੰਦਿਆ ਚੱਲਣ ਦੇ, ਜਿੱਧਰ ਮੂੰਹ ਹੋ ਗਿਆ ਉੱਧਰ ਹੀ ਚੱਲਣ ਦੇ। ਮਹਾਰਾਜ ਅਸੀਂ ਦੇ ਭੁੱਲਣ ਹਾਰ ਹਾਂ। ਭੈਣ ਨਾਨਕੀ ਜੀ ਕਹਿੰਦੇ ਮਹਾਰਾਜ ਅਸੀਂ ਦੇ ਸਦਾ ਹੀ ਜੀਵ ਭੁੱਲਣ ਹਾਰ, ਭੁੱਲਦੇ ਰਹਿੰਦੇ ਹਾਂ, ਗੁਰੂ ਪੀਰ ਦੇ ਵੱਲ ਵੀ ਨਹੀਂ ਵੇਖਦੇ। ਤੁਮ ਬਖਸ਼ੋ ਕਿਉਂ ਨਹਿ ਭਾਈ। ਭਰਾ ਜੀ ਤੁਸੀਂ ਤੇ ਪਰਮੇਸ਼ਰ ਰੂਪ ਹੈ, ਫਿਰ ਤੁਸੀਂ ਕਿਉਂ ਨਹੀਂ ਬਖਸ਼ਦੇ ਸਾਨੂੰ? ਬਖਸ਼ੋ ਆ ਮਾੜੀ ਮੱਤ ਵਾਲਿਆਂ ਨੂੰ। ਦੋਹਰਾ
ਕਮਲ ਨੈਣ ਮੁਖ ਬੈਨ ਕਹੈ। ਸੁਣ ਕੇ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਦੇ ਕਮਲ ਦੇ ਪੱਤਰਿਆਂ ਵਰਗੇ ਨੇਤਰ ਹੈ ਬਚਨ ਕਹੇ ਹਨ। ਸੁਨ ਜੀਜਾ ਜੈ ਰਾਮ। ਜੀਜਾ ਭਾਈਆ ਜੈ ਰਾਮ ਜੀ ਸੁਣੋ ਸਾਡਾ ਬਚਨ। ਪੁਨ ਘਾਟੋ ਜੇ ਆਵਈ। ਮਹਾਰਾਜ ਨੇ ਫਿਰ ਕਿਹਾ ਹੈ ਭਾਈਆ ਜੀ ਜੇ ਇਹੋ ਜਿਹਾ ਕੰਮ ਕੀਤਿਆਂ ਘਾਟਾ ਹੀ ਪੈਣਾ, ਘਾਟਾ ਹੀ ਹੋ ਜਾਣਾ ਹੈ। ਕਿਉਂ ਕਰ ਹੋਂ ਇਹ ਕੰਮ। ਫਿਰ ਵੀ ਆਹ ਕੰਮ ਕਿਸ ਕੰਮ ਨੂੰ ਕਰਨਾ ਹੈ? ਕਿਉਂ ਕਰਨਾ ਇਹੋ ਜਿਹਾ ਕੰਮ ਜਿਹਦੇ ਨਾਲ ਘਾਟਾ ਪੈ ਜਾਵੇ, ਤੁਹਾਨੂੰ ਕੋਈ ਮੁਸੀਬਤ ਆਵੇ ਸਾਡੇ ਕਰਕੇ। ਤ੍ਰਿਭੰਗੀ ਛੰਦ ਜੈ ਰਾਮ ਬਖਾਨੀ ਸਭਨੈ ਬਾਨੀ। ਸਭਨੈ ਬਾਨੀ। ਭਾਈਆ ਜੈ ਰਾਮ ਜੀ ਨੇ ਬੇਨਤੀ ਦੇ ਸਹਿਤ ਹੋ ਕੇ ਮੁਖੋਂ ਬਾਣੀ ਕਹੀ। ਬਹੁਤ ਹੀ ਗਰੀਬੜੇ ਹੋਏ ਹਨ। ਨਹਿ ਮੈਂ ਜਾਨੀ ਸ਼ਕਤ ਸਬੈ। ਮਹਾਰਾਜ ਤੁਹਾਡੇ ਚ ਤਾਂ ਮਹਾਨ ਸ਼ਕਤੀ, ਤੁਹਾਡੀ ਮੈਂ ਸਾਰੀ ਸ਼ਕਤੀ ਨਹੀਂ ਸੀ ਜਾਣੀ। ਕਿੰਚਤ ਹੋ ਜਾਨੀ ਬਹੁ ਅਨਜਾਨੀ। ਸੱਚਾ ਪਾਤਸ਼ਾਹ ਬੇਸਮਝੀ ਬਹੁਤਾ ਬਣੇ ਰਹੇ ਆ, ਥੋੜੀ ਜੀ ਤੁਹਾਡੀ ਹੁਣ ਸ਼ਕਤੀ ਜਾਣੀ ਹੈ। ਔਰ ਸਭ ਜਾਨੀ ਲਖੋ ਅਬੈ। ਹੁਣ ਹੀ ਆਪਣੇ ਹਿਰਦੇ ਵਿੱਚ ਸਾਰੀ ਤੁਹਾਡੀ ਮਹਿਮਾ ਜਾਣੀ ਹੈ। ਹੁਣ ਮਹਾਰਾਜ ਤੁਸੀਂ ਇਸ ਤਰ੍ਹਾਂ ਜਾਣੋ, ਤੁਸੀਂ ਤੇ ਅੰਤਰਜਾਮੀ ਹਿਰਦਿਆਂ ਦੀ ਜਾਣਨ ਵਾਲੇ ਹੋ। ਪਰਮੇਸ਼ਰ ਪੂਰਨ ਕਲਮਲ ਚੂਰਨ। ਤੁਸੀਂ ਦੇ ਪਰਮੇਸ਼ਰ ਹੋ ਪੂਰਨ, ਸਮੂਹ ਪਾਪਾਂ ਨੂੰ ਨਾਸ ਕਰਨ ਵਾਲਿਆ। ਤੁਹਾਡਾ ਨਾਮ ਚੂਰਨ ਵੱਤ ਹੈ। ਪਾਪਾਂ ਨੂੰ ਤੁਸੀਂ ਚੂਰ ਚੂਰ ਕਰਕੇ ਰੱਖ ਦੇਣ ਵਾਲੇ ਹੋ ਜੀ। ਗੁਣ ਸੰਪੂਰਨ ਅਵਤਾਰੀ। ਗੁਣਾਂ ਦੇ ਸੰਪੂਰਨ, ਐਸਾ ਕੋਈ ਗੁਣ ਨਹੀਂ ਹੈ ਜਿਹੜਾ ਤੁਹਾਡੇ ਵਿੱਚ ਨਾ ਹੋਵੇ। ਸੰਪੂਰਨ ਅਵਤਾਰ ਹੋ, ਪੂਰਨ ਅਵਤਾਰ। ਮੁਝ ਬਖਸ਼ ਗੁਨਾਹੋ ਸੁਨ ਕਰ ਕਾਹੂ। ਸੱਚਾ ਪਾਤਸ਼ਾਹ ਮੈਨੂੰ ਬਖਸ਼ ਲਓ, ਮੇਰੀ ਤੇ ਮੱਤ ਥੋੜੀ ਹੈ, ਭੁੱਲਣ ਵਾਲਾ ਹਾਂ। ਗਰੀਬ ਨੂੰ ਬਖਸ਼ ਲਓ ਗੁਰੂ ਜੀ। ਆਵੇਂ ਕਿਸੇ ਮਾੜੇ ਦੀ ਮੁਖ ਤੋਂ ਤੁਹਾਡੀ ਨਿੰਦਿਆ ਸੁਣ ਕੇ। ਔਰ ਪਰਮਾਹੂ ਦੁਖ ਟਾਰੀ। ਮੈਂ ਜਿਹੜਾ ਭਰਮ ਗਿਆ ਸਾਂ ਹਿਰਦੇ ਕਰਕੇ ਦੁੱਖਾਂ ਨੂੰ ਟਾਲਣ ਵਾਲੇ, ਮਹਾਰਾਜ ਮੈਨੂੰ ਬਖਸ਼ ਲਓ। ਪੁਨ ਸੁਸਾ ਅਲਾਈ ਸੁਨ ਸੁਖਦਾਨੀ। ਭੈਣ ਨਾਨਕੀ ਜੀ ਨੇਤਰਾਂ ਤੋਂ ਜਾਲ ਸੁੱਟੀ ਜਾਂਦੇ ਆ ਤੇ ਕਹਿੰਦੇ ਸੁੱਖਾਂ ਨੂੰ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਮੇਰੀ ਭੈਣ ਦੀ ਬਾਣੀ ਗੱਲ ਸੁਣੋ। ਜੇ ਘਟ ਜਾਈ ਦਰਬ ਕਬੈ। ਸੱਚੇ ਪਾਤਸ਼ਾਹ ਤੁਸੀਂ ਕਾਹਨੂੰ ਇਹੋ ਜਿਹੀਆਂ ਗੱਲਾਂ ਕਰਦੇ ਹੋ? ਜੇ ਕਿਤੇ ਆ ਮੋਦੀ ਖਾਨੇ ਦਾ ਕੰਮ ਕਰਦਿਆਂ ਆ ਕਿਤੇ ਪੈਸਾ ਧੇਲਾ ਹਿਸਾਬ ਕਿਤਾਬ ਵਿੱਚੋਂ ਘਟ ਜਾਵੇ। ਜਹ ਕਹਾਂ ਤੇ ਲਿਆਈ ਦਿਓ ਪੁਰਾਈ। ਜਿੱਥੋਂ ਕਿੱਥੋਂ ਵੀ ਕਿਸੇ ਤਰ੍ਹਾਂ ਕਰਕੇ ਵੀ ਅਸੀਂ ਤੇ ਪੂਰਾ ਕਰ ਦਵਾਂਗੇ। ਨਹ ਤੁਮ ਗਮਨੋ ਰਹੋ ਅਬੈ। ਹੁਣ ਤੁਸੀਂ ਇੱਥੇ ਰਹੋ, ਆ ਕਿਸੇ ਪਾਸੇ ਨਾ ਜਾਓ। ਹਮ ਫੇਰ ਨਾ ਕਹਿ ਤੂਸ਼ਨ ਰਹਿ। ਸੱਚਾ ਪਾਤਸ਼ਾਹ ਇੱਕ ਵਾਰ ਬਖਸ਼ ਲਓ ਸਾਨੂੰ, ਆ ਭੁੱਲ ਹੋ ਗਈ ਸਾਡੇ ਕੋਲੋਂ। ਅਸੀਂ ਤੁਹਾਨੂੰ ਫਿਰ ਮੁੜ ਕੇ ਨਹੀਂ ਇਸ ਤਰ੍ਹਾਂ ਕਹਿੰਦੇ ਚੁੱਪ ਹੀ ਕੀਤੇ ਰਹਾਂਗੇ। ਸਭ ਸੁਖ ਲਹਿ ਹੈ ਪਾਸ ਰਹੇ। ਤੁਹਾਡੇ ਕੋਲ ਰਹਿਆਂ ਅਸੀਂ ਸਭ ਤਰ੍ਹਾਂ ਦੇ ਸੁੱਖ ਲੈ ਰਹੇ ਹਾਂ ਤੇ ਹੋਰ ਵੀ ਸੁੱਖ ਲਵਾਂਗੇ ਜੇ ਤੁਸੀਂ ਕੋਲ ਰਹੋਗੇ ਤਾਂ। ਮਨ ਰੋਸ ਨਿਵਾਰੋ ਕਰੁਣਾ ਧਾਰੋ। ਸੱਚਾ ਪਾਤਸ਼ਾਹ ਹੁਣ ਬਖਸ਼ ਲਓ, ਕਿਰਪਾ ਹੀ ਕਰੋ। ਮਨ 'ਚ ਜਿਹੜਾ ਕੋਈ ਥੋੜਾ ਬਹੁਤਾ ਰੋਸ ਉਹਨੂੰ ਛੱਡ ਦਿਓ ਜੀ। ਬਿਰਹੇ ਨਾ ਡਾਰੋ ਪੰਥ ਗਹੇ। ਆ ਕਿਉਂ ਤੁਸੀਂ ਆ ਰਸਤੇ ਨੂੰ ਫੜ ਕੇ ਘਰੋਂ ਜਾਂਦੇ ਹੋ? ਘਰੋਂ ਜਾ ਕੇ ਵਿਛੋੜੇ ਦੇ ਵਿੱਚ ਨਾ ਮਾਰੇ ਪਾ ਸਾਨੂੰ, ਵਿਛੋੜੇ ਵਿੱਚ ਨਾ ਸੁੱਟੋ ਸਾਨੂੰ, ਰਸਤੇ ਤੇ ਨਾ ਪਾਓ, ਨਾ ਕਿਤੇ ਜਾਓ। ਹਾਂ ਨਿਕਟ ਬਖਾਨੀ ਇਹ ਬਰਬਾਨੀ। ਭਾਈ ਬਾਲਾ ਜੀ ਕਹਿਣ ਲੱਗੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਮੈਂ ਉਸ ਵਕਤ ਨੇੜੇ ਗੁਰੂ ਮਹਾਰਾਜ ਦੇ ਖੜਾ ਸੀ ਤੇ ਐਵੇਂ ਜਿਹੜੀ ਸ੍ਰੇਸ਼ਟ ਕੋਮਲ ਬਾਣੀ ਕਹੀ ਗੁਰੂ ਜੀ ਨੂੰ। ਨਾਨਕ ਸਾਨੀ ਅਵਰ ਨਹੀਂ। ਮੈਂ ਕਿਹਾ ਭੈਣ ਨਾਨਕੀ ਜੀ ਤੁਸਾਂ ਨੇ ਭਰਮ ਉਹ ਸਤਿਗੁਰਾਂ ਦੇ ਕੀਤਾ ਹੈ ਜਿਹੜੇ ਗੁਰੂ ਨਾਨਕ ਸਾਹਿਬ ਵਰਗਾ ਕੋਈ ਨਹੀਂ ਹੈ। ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ।
ਸਭ ਤੇ ਵੱਡੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਵਰਗਾ ਕੋਈ ਨਹੀਂ ਹੋਇਆ ਹੈ, ਨਾ ਕੋਈ ਹੋਇਆ, ਨਾ ਕੋਈ ਪ੍ਰਮਾਣ ਹੀ ਹੈ। ਭਾਵੇਂ ਕੋਈ ਵੀ ਆ ਕੇ ਇੱਥੇ ਪ੍ਰਮਾਣ ਦੇ ਕੇ ਵੇਖ ਲਏ, ਗੁਰੂ ਨਾਨਕ ਸਾਹਿਬ ਵਰਗਾ ਕੋਈ ਨਹੀਂ ਹੋਇਆ ਹੈ। ਗੁਰੂ ਜੀ ਦਾ ਇਤਿਹਾਸ ਪੜ੍ਹੀਏ, ਸੁਣੀਏ ਤੇ ਸਾਨੂੰ ਪਤਾ ਲੱਗੇ ਮਹਾਰਾਜ ਵਰਗਾ ਕੋਈ ਹੋਇਆ ਕਿ ਨਹੀਂ ਹੋਇਆ ਹੈ। ਕਈ ਜਿਹੜੇ ਕੋਸ਼ ਲਿਖੇ ਜਿਨ੍ਹਾਂ ਨੇ, ਉਹਨਾਂ ਨੇ ਕੋਸ਼ਾਂ ਵਿੱਚ ਲਿਖਿਆ ਇਸ ਤੁਕ ਦਾ ਅਰਥ ਆਂਦੇ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਪੁੱਠਾ ਅਰਥ ਉਹਨਾਂ ਦਾ। ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਆ ਵੀ ਸਭ ਤੇ ਵੱਡਾ ਸਤਿਗੁਰੂ ਹੈ ਪਰਮੇਸ਼ਰ, ਤੇ ਮੇਰੀ ਤੇ ਇੱਜ਼ਤ ਪੱਤ ਰੱਖੀ ਹੈ। ਕਮਾਲ ਹੋ ਗਈ ਸਾਡੇ ਵਿਦਵਾਨਾਂ ਦੀ, ਕਮਾਲ ਹੋ ਗਈ ਸਾਡੇ ਪੜ੍ਹਿਆਂ ਲਿਖਿਆਂ ਦੀ। ਵੀ ਤੁਹਾਨੂੰ ਕੀ ਸ਼ੱਕ ਹੈ ਵੀ ਗੁਰੂ ਨਾਨਕ ਸਾਹਿਬ ਜੀ ਕੀ ਵੱਡੇ ਨਹੀਂ ਹਨ? ਤੁਸੀਂ ਗੁਰੂ ਜੀ ਨੂੰ ਵੱਡਾ ਨਹੀਂ ਮੰਨਦੇ, ਤਾਂ ਹੀ ਤੇ ਅਰਥ ਕਰੋਗੇ, ਤਾਂ ਹੀ ਤੇ ਕੋਸ਼ ਵਿੱਚ ਸਜਾ ਬਜਾ ਕੇ ਵਿਸ਼ਰਾਮ ਗਲਤ ਲਾਓਗੇ। ਸਭ ਤੇ ਵੱਡਾ ਸਤਿਗੁਰ ਨਾਨਕ ਹੀ। ਪਹਿਲਾਂ ਜੇ ਕੋਈ ਸਤਿਗੁਰੂ ਆਇਆ ਤੇ ਤੁਸੀਂ ਦੱਸੋ ਜਿਨ੍ਹਾਂ ਨੇ ਵਿਸ਼ਰਾਮ ਲਾਏ ਹੈ। ਜਿਹੜੇ ਕਿਤਾਬਾਂ ਪੜ੍ਹ ਕੇ ਇਸ ਗੱਲ ਨੂੰ ਮੰਨਦੇ ਹੈ, ਉਹ ਦੱਸਣ ਸਾਨੂੰ ਵੀ ਜੇ ਇਸ ਤੋਂ ਪਹਿਲਾਂ ਕਿਸੇ ਨੇ ਆ ਸਤਿਗੁਰੂ ਕੋਈ ਹੋ ਕੇ ਆਇਆ ਤੇ ਉਹ ਦੱਸੋ ਤੁਸੀਂ। ਭੋਲੀ ਮੱਤ, ਅਣਜਾਣ ਮੱਤ ਹੈ। ਭਾਵੇਂ ਕਿ ਸਾਧ ਸੰਗਤ ਜੀ ਉਮਰ ਕਿੰਨੀ ਵੱਡੀ ਹੋ ਜਾਵੇ, ਜਿਹੜਾ ਆਪਣੇ ਗੁਰੂ ਨੂੰ ਮੰਨਣ ਵਾਲੇ ਧਰਮ ਨੂੰ ਉੱਚਾ ਨਹੀਂ ਸਮਝਦਾ, ਉਹ ਸਭ ਤੋਂ ਗਿਰਿਆ ਹੋਇਆ ਆਦਮੀ ਹੈ। ਉਹਦੇ ਨਾਲ ਦਾ ਗਿਰਿਆ ਹੋਇਆ ਆਦਮੀ ਨਹੀਂ ਹੈ ਜਿਹੜਾ ਧਰਮ ਦੇ ਵਿੱਚ ਪੈ ਕੇ ਤੇ ਤਰਕਾਂ ਬਿਤਰਕਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਬਾਣੀ ਪੜ੍ਹ ਕੇ ਜਿਹੜਾ ਮੰਨਦਾ ਨਹੀਂ ਹੈ, ਉਹਦੇ ਨਾਲ ਦਾ ਨਿਕੰਮਾ ਬੰਦਾ ਹੀ ਕੋਈ ਨਹੀਂ ਹੈ ਜਿਹੜਾ ਬਾਣੀ ਪੜ੍ਹੇ ਤੇ ਬਾਣੀ 'ਤੇ ਸ਼ੰਕਾ ਕਰੇ। ਕਿੰਨੀਆਂ ਵਿਚਾਰਾਂ, ਇੰਨੀਆਂ ਵਿਚਾਰਾਂ ਸਾਧ ਸੰਗਤ ਜੀ ਦਿਨ ਦੇ ਵਿੱਚ ਮਿਲਦੀਆਂ, ਜੇ ਉਹਨਾਂ ਦਾ ਵਿਚਾਰ ਕਰਨ ਲੱਗ ਪਈਏ ਤੇ ਕਥਾ ਦੇ ਭੁੱਲੀ ਜਾਈਏ। ਅਸੀਂ ਇਤਿਹਾਸ ਦੀ ਕਥਾ ਵਿੱਚ ਇਹੋ ਜਿਹੀਆਂ ਵਿਚਾਰਾਂ ਬਹੁਤੀਆਂ ਲੰਮੀਆਂ ਚੌੜੀਆਂ ਤਾਂ ਨਹੀਂ ਕੀਤੀਆਂ ਜਾਂਦੀਆਂ, ਕਿਉਂਕਿ ਇਤਿਹਾਸ ਦੀ ਕਥਾ ਲੰਮੇਰੀ ਹੁੰਦੀ ਹੈ। ਪਰ ਭੋਲੇਪਣ ਕਰਕੇ, ਇਹੋ ਜਿਹੇ ਸਾਨੂੰ ਮੇਲ ਜੋਲ ਹੁੰਦੇ ਕਰਕੇ ਇੱਥੇ ਦੱਸਣਾ ਪੈਂਦਾ ਵੀ ਜਿਹੜਾ ਤੁਸੀਂ ਕੋਈ ਅਰਥ ਸੁਣਾਉਂਦੇ ਹੋ, ਜੇ ਤੁਹਾਨੂੰ ਉਹ ਚੰਗਾ ਲੱਗਦਾ ਤੁਸੀਂ ਆਪਣੇ ਕੋਲ ਰੱਖੋ। ਅਸੀਂ ਤਾਂ ਇਸ ਗੱਲ ਨੂੰ ਕੋਈ ਨਹੀਂ ਮੰਨਦੇ। ਅਸੀਂ ਤਾਂ ਆਪਣੇ ਗੁਰੂ ਨੂੰ ਵੱਡਾ ਮੰਨਦੇ ਹਾਂ। ਸਭ ਤੋਂ ਵੱਡਾ ਸਤਿਗੁਰੂ ਨਾਨਕ ਹੀ ਹੈ, ਹੋਰ ਤਾਂ ਕੋਈ ਨਾ ਹੋਇਆ ਤੇ ਨਾ ਹੋਣਾ ਹੀ ਹੈ। ਸੱਚੇ ਪਾਤਸ਼ਾਹ ਜੀ ਵਰਗਾ ਨਾ ਅਸਾਂ ਨੇ ਕੋਈ ਦੇਖਿਆ ਹੀ ਹੈ, ਨਾ ਗੁਰੂ ਜੀ ਦੀ ਮਹਿਮਾ ਵਰਗਾ ਕੋਈ ਜਾਣਿਆ ਹੀ ਹੈ। ਉਹ ਵੀ ਲੋਕ ਭਾਵੇਂ ਕਥਾ ਕਰਦੇ ਹੈ, ਭਾਵੇਂ ਵਿਚਾਰਾਂ ਦਿੰਦੇ, ਲੈਕਚਰ ਦਿੰਦੇ ਹੈ, ਜਿੰਨੇ ਮਰਜ਼ੀ ਲੈਕਚਰ ਦੇਣ, ਜਿੰਨੇ ਮਰਜ਼ੀ ਕਥਾ ਕਰਨ, ਜਿਹੜਾ ਮਨੁੱਖ ਗੁਰੂ ਮਹਾਰਾਜ ਦਾ ਨਾਮ ਸਤਿਕਾਰ ਨਾਲ ਨਹੀਂ ਲੈਂਦਾ, ਉਹ ਬੰਦਾ ਕਥਾਵਾਚਕ ਹੈ ਹੀ ਕੋਈ ਨਹੀਂ। ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਪੂਰਾ ਨਾਮ ਨਹੀਂ ਲੈਂਦਾ, ਦਸੋਂ ਪਿਤਾ ਜੀ ਦਾ ਪੂਰਾ ਨਾਮ ਨਹੀਂ ਲੈਂਦਾ, ਉਹ ਬੰਦਾ ਹੀ ਨਹੀਂ। ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਨ ਗੁਰੂ ਨਹੀਂ ਮੰਨਦਾ, ਉਹ ਬੰਦਾ ਹੀ ਨਹੀਂ। ਇਸ ਕਰਕੇ ਜਿਹੜੇ ਗੁਰੂ 'ਤੇ ਸ਼ਰਧਾ ਰੱਖਦੇ, ਭਾਵੇਂ ਉਹ ਅਨਪੜ੍ਹ ਗਵਾਰ ਹੈ, ਭਾਵੇਂ ਉਹ ਵਿਚਾਰੇ ਗਰੀਬੜੇ ਹੈ, ਨਿਮਾਣੇ ਹੈ, ਕੋਈ ਇਤਿਹਾਸ ਨਹੀਂ ਜਾਣਦੇ, ਭਾਵੇਂ ਉਹ ਬਾਣੀ ਨਹੀਂ ਜਾਣਦੇ, ਪਰ ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਖ ਕੇ ਉਹ ਢਹਿ ਢਹਿ ਪੈਂਦੇ ਤਾਂ ਉਹ ਭਾਈ ਧੰਨ ਹੈ, ਸਾਡੇ ਪੜ੍ਹੇ ਲਿਖਿਆਂ ਨੂੰ ਚੰਗੇ ਹੈ। ਇਸ ਤਰ੍ਹਾਂ ਭਾਈ ਬਾਲਾ ਜੀ, ਜਿਨ੍ਹਾਂ ਅੰਦਰ ਬੜੀ ਅਥਾਹ ਸ਼ਰਧਾ, ਕਹਿੰਦੇ ਭੈਣ ਨਾਨਕੀ ਜੀ ਗੁਰੂ ਨਾਨਕ ਦੇਵ ਮਹਾਰਾਜ ਵਰਗਾ ਕੋਈ ਨਹੀਂ ਹੋਇਆ ਹੈ। ਜੋ ਰਗਵਰ ਕਿਸ਼ਨਾ ਧਰ ਤਨ ਬਿਸ਼ਨਾ। ਜੋ ਆ ਤ੍ਰੇਤੇ ਦੇ ਵਿੱਚ ਸ਼੍ਰੀ ਰਾਮ ਚੰਦਰ ਭਗਵਾਨ ਜੀ ਹੋਏ ਹੈ, ਇਸੇ ਤਰ੍ਹਾਂ ਦੁਆਪਰ ਵਿੱਚ ਕ੍ਰਿਸ਼ਨ ਭਗਵਾਨ ਜੀ ਹੋਏ ਹੈ, ਤੇ ਸਤਯੁਗ ਵਿੱਚ ਵਿਸ਼ਨੂੰ ਭਗਵਾਨ ਜੀ ਹੋਏ ਹੈ। ਉਸ ਤੋਂ ਪਹਿਲਾਂ ਵੀ ਸਨ ਜੋ ਹੈ ਪਤ ਜਿਸ਼ਨਾ ਰੂਪ ਸਹੀ। ਇਹ ਸਾਰਿਆਂ ਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਜੋ ਇੰਦਰ ਵਰਗੇ ਦੇਵਤਿਆਂ ਦੇ ਵੀ ਮਾਲਕ ਹੈ ਗੁਰੂ ਨਾਨਕ ਸਾਹਿਬ ਜੀ। ਇਸੇ ਤਰ੍ਹਾਂ ਜੁਗਾਂ ਜੁਗਾਂ ਵਿੱਚ ਮਹਾਰਾਜ ਸਭ ਅਵਤਾਰਾਂ ਵਿੱਚ ਵਰਤ ਕੇ ਆਏ ਹੈ। ਅਸੀਂ ਨਿੰਦਿਆ ਕਰਨ ਲੱਗਿਆਂ ਤੇ ਕੁਝ ਨਹੀਂ ਸੋਚਦੇ, ਪਰ ਗੁਰਬਾਣੀ 'ਚ ਵਚਨ ਹੈ, ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਤ੍ਰੇਤਾ ਤੈ ਮਾਣਿਓ ਰਾਮ ਰਘੁਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮਰਾਰ ਕੰਸ ਕਰਤਾਰਥ ਕੀਓ, ਉਗਰ ਸੈਨ ਕੋ ਰਾਜ ਭੈ ਭਗਤ ਹੈ ਜਨ ਦੀਓ,
ਹੁਣ ਕਈਆਂ ਨੇ ਇਹ ਵੀ ਸੁਣ ਕੇ ਕਹਿਣਾ ਇਹ ਸਵਈਏ ਦੇ ਬਾਣੀ ਨਹੀਂ ਹੈਗੀ ਜੀ, ਸਵਈਏ ਦੇ ਬਾਅਦ 'ਚ ਰਲਾ ਪੈ ਗਿਆ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ। ਕਈਆਂ ਨੇ ਇਹੋ ਜਿਹੀਆਂ ਕਿਤਾਬਾਂ ਲਿਖੀਆਂ ਇਹ ਇਹਨਾਂ ਤੁਕਾਂ ਨੂੰ ਪੜ੍ਹ ਕੇ ਹੀ, ਪਰ ਗਿਆਨ ਨਹੀਂ ਹੈ। ਜਿਹੜੇ ਬ੍ਰਹਮ ਗਿਆਨੀ ਹੋ ਜਾਂਦੇ ਆ, ਆਪਾਂ ਹੀ ਤੇ ਸਾਖੀਆਂ ਸੁਣਾਉਣ ਵਾਲੇ ਆ ਕਿ ਭਗਤ ਨਾਮਦੇਵ ਜੀ ਨੇ ਕੁੱਤੇ ਵਿੱਚ ਰੱਬ ਵੇਖ ਲਿਆ ਸੀ, ਤੇ ਫਿਰ ਅਸੀਂ ਅਵਤਾਰਾਂ ਵਿੱਚ ਕਿੱਥੇ ਨਿਊਨਤਾ ਹੀ ਵੇਖ ਰਹੇ ਹਾਂ। ਅਵਤਾਰਾਂ ਨੂੰ ਕਿਉਂ ਨਹੀਂ ਮੰਨ ਰਹੇ? ਉਹ ਕੀ ਹੈ, ਮਨ 'ਚ ਜਿਹੜਾ ਈਰਖਾ ਨਾ, ਈਰਖਾ ਮਾਰੀ ਜਾ ਰਹੀ ਹੈ, ਮਨ 'ਚ ਵਡੱਪਣਪੁਣਾ ਮਾਰੀ ਜਾ ਰਿਹਾ ਹੈ। ਬ੍ਰਹਮ ਗਿਆਨੀਆਂ ਨੂੰ ਤੇ ਕੋਈ ਉੱਚਾ ਨੀਵਾਂ ਨਹੀਂ ਹੈ। ਜੇ ਗੁਰੂ ਨਾਨਕ ਸਾਹਿਬ ਜੀ ਨੂੰ ਕੋਈ ਉੱਚਾ ਨੀਵਾਂ ਦਿਖਦਾ ਤੇ ਕਦੀ ਉਹ ਸੁਲਤਾਨਪੁਰ ਨਵਾਬ ਦੌਲਤ ਖਾਂ ਦੇ ਨਾਲ ਜਾ ਕੇ ਮਸੀਤ 'ਚ ਖੜ ਕੇ ਨਮਾਜ਼ ਦੇ ਸਮੇਂ ਖੜੇ ਨਾ ਹੁੰਦੇ, ਕਿਉਂਕਿ ਜਿਹੜਾ ਗਿਆਨੀ ਹੈ ਉਹਦੀ ਕੋਈ ਸੰਪਰਦਾ ਨਹੀਂ ਹੈ। ਪੂਰਨ ਬ੍ਰਹਮ ਗਿਆਨੀ ਦੇ ਕੋਈ ਡੇਰਾਵਾਦ ਨਹੀਂ ਹੈ, ਉਸ ਵਾਸਤੇ ਸਭ ਕੁਝ ਇੱਕ ਸਮਾਨ ਹੋ ਜਾਂਦਾ ਹੈ। ਕਿਸੇ ਅਵਤਾਰ ਨੇ ਆਪਣੇ ਆਪ ਨੂੰ ਵੱਡਾ ਨਹੀਂ ਕਿਹਾ। ਲੜਾਈਆਂ ਝਗੜੇ ਸਾਰੇ ਸਾਡੇ ਆਪਣੇ ਹੈ। ਜੋ ਪੜ੍ਹਦੇ ਆ ਨਾ, ਕੁਰਾਨ ਪੜ੍ਹਦੇ ਆ, ਪੁਰਾਣ ਪੜ੍ਹਦੇ, ਵੇਦ ਪੜ੍ਹਦੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਦੇ, ਉਹ ਕਦੀ ਨਹੀਂ ਲੜਦੇ। ਲੜਦੇ ਉਹੀ ਲੋਕ ਹੈ ਜਿਨ੍ਹਾਂ ਨੇ ਪੜ੍ਹਿਆ ਕੁਝ ਨਹੀਂ, ਬਸ ਡਾਂਗ ਸੋਟੇ 'ਤੇ ਹੋਏ ਹੈ। ਉਹੀ ਲੜਨ ਵਾਲੇ ਹੈ ਜਿਨ੍ਹਾਂ ਨੇ ਗਿਆਨ ਪ੍ਰਾਪਤ ਕੀਤਾ, ਉਹ ਸ਼ਾਂਤ ਚਿੱਤ ਰੂਪ ਹੋ ਗਏ। ਉਹਨਾਂ ਦੇ ਅੰਦਰ ਤੇ ਕੋਈ ਗੱਲ ਹੀ ਨਹੀਂ ਰਹਿ ਗਈ। ਮਹਾਰਾਜ ਦੀ ਸਿਫਤ ਕਰਦੇ ਹੋਏ ਭਾਈ ਬਾਲਾ ਜੀ ਕਹਿੰਦੇ, ਜੋ ਵਿਸ਼ਨੂੰ ਭਗਵਾਨ, ਕ੍ਰਿਸ਼ਨ ਭਗਵਾਨ, ਸ਼੍ਰੀ ਰਾਮ ਚੰਦਰ ਭਗਵਾਨ ਤੇ ਜਿੰਨੇ ਵੀ ਇੰਦਰ ਦੇਵਤੇ ਵਰਗੇ ਵੱਡੇ ਵੱਡੇ ਦੇਵਤੇ ਹੋਏ, ਇਹਨਾਂ ਦੇ ਸਭ ਦੇ ਮਾਲਕ ਹੈ ਗੁਰੂ ਨਾਨਕ ਸਾਹਿਬ ਜੀ। ਜੁਗ ਪਦ ਅਰਬਿੰਦਾ ਆਨੰਦ ਕੰਦਾ। ਸਤਿਗੁਰ ਜੀ ਦੇ ਦੋਵੇਂ ਜਿਹੜੇ ਚਰਨ ਕਮਲ ਹੈ ਉਹ ਆਨੰਦ ਦੇ ਦਾਤੇ, ਆਨੰਦ ਦੇ ਬੱਦਲ ਹਨ। ਸੁਖਦ ਮੁਕੰਦਾ ਅਗਟਾਰੀ। ਸੁੱਖਾਂ ਦੇ ਮਹਾਰਾਜ ਦਾਤੇ, ਸੁੱਖਾਂ ਨੂੰ ਦੇਣ ਵਾਲੇ, ਮੁਕਤੀ ਦਾਤੇ ਹਨ ਤੇ ਪਾਪਾਂ ਨੂੰ ਟਾਲਣ ਵਾਲੇ ਹਨ। ਜਨ ਕਰੁਣਾ ਕਰ ਸਭ ਜਗ ਠਾਕੁਰ। ਆਪਣੇ ਜਨਾਂ ਤੇ ਕਿਰਪਾ ਦਇਆ ਕਰਨ ਵਾਲੇ, ਸਾਰੇ ਜਗਤ ਦੇ ਮਾਲਕ ਸੁਆਮੀ। ਗਿਆਨ ਦਿਵਾਕਰ ਭੁਜ ਭਾਰੀ। ਗਿਆਨ ਦੇ ਸੂਰਜ, ਲੰਮੀਆਂ ਲੰਮੀਆਂ ਬਾਹਾਂ ਵਾਲੇ, ਭਾਰੀਆਂ ਭੁਜਾਵਾਂ ਵਾਲੇ, ਅਜਾਨ ਬਾਹੂ ਸਤਿਗੁਰੂ ਜੀ। ਦੋਹਰਾ ਸ਼੍ਰੀ ਅੰਗਦ ਜੀ ਸੁਣੋ ਮੈਂ। ਭਾਈ ਬਾਲਾ ਜੀ ਕਹਿੰਦੇ, ਗੁਰੂ ਅੰਗਦ ਦੇਵ ਜੀ ਸੁਣੋ ਜੀ। ਇਮ ਤਬ ਕਹਿ ਕਰ ਬੰਦ। ਐਵੇਂ ਮੈਂ ਦੋਵੇਂ ਹੱਥ ਜੋੜ ਕੇ ਤੇ ਕਿਹਾ, ਬਹੁਰ ਬਚਨ ਉਚਰੇ ਰੁਚਰ। ਮੁੜ ਕੇ ਬਹੁਤ ਸੋਹਣੇ ਬਾਣੀ ਦੇ ਬਚਨ ਕਹੇ। ਕਰਨ ਰੋਸ ਹਿਤਮੰਦ। ਸਤਿਗੁਰ ਜੀ ਦਾ ਜਿਹੜਾ ਥੋੜਾ ਮਾਤਾ ਜਿਹਾ ਰੋਸ ਸੀ, ਉਹਨੂੰ ਸ਼ਾਂਤ ਕਰਨ ਵਾਸਤੇ। ਕੁੰਡਲੀ ਅਛੰਦ ਸੁਸਾ ਸੁਸਾਪਤ ਦੀਨ ਹੋਵੇ। ਸੱਚੇ ਪਾਤਸ਼ਾਹ ਜੀ ਨੂੰ ਕਿਸੇ ਨਾਲ ਨਾਰਾਜ਼ਗੀ ਨਹੀਂ, ਕਿਸੇ ਨਾਲ ਗੁੱਸਾ ਨਹੀਂ। ਇਹ ਤੇ ਥੋੜਾ ਸਾਨੂੰ ਸਿੱਖਿਆ ਦੇਣ ਵਾਸਤੇ ਵੀ ਜਿਹੜੇ ਕੋਈ ਭਰਮ ਕਰ ਲੈਂਦੇ, ਨਿੰਦਿਆ ਗੁਰੂ ਜੀ ਦੀ ਕਰ ਲੈਂਦੇ, ਉਹਨਾਂ ਨਾਲ ਗੁਰੂ ਦਾ ਕੋਈ ਪ੍ਰੇਮ ਨਹੀਂ, ਕੋਈ ਖੁਸ਼ੀ ਨਹੀਂ, ਜੋ ਮਰਜ਼ੀ ਉਹ ਕਰਦੇ ਰਹਿਣ। ਨਹੀਂ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਕਾਹਦੀ ਕਿਸੇ ਨਾਲ ਨਾਰਾਜ਼ਗੀ, ਕਾਹਦਾ ਕਿਸੇ ਨਾਲ ਰੋਸ। ਸੱਚੇ ਪਾਤਸ਼ਾਹ ਜੀ ਨੂੰ ਕਿਸੇ ਨਾਲ ਕੋਈ ਰੋਸ ਗਿਲਾ ਹੈ ਹੀ ਨਹੀਂ। ਉਹਦੇ ਰੋਸ ਨਾ ਕਾਹੂ ਸੰਗ ਕਰਹੁ, ਕਿਸੇ ਨਾਲ ਮਹਾਰਾਜ ਰੋਸ ਨਹੀਂ ਕਰਦੇ। ਪੁੱਤਰੀ ਨਾਲ ਤੇ ਇਸੇ ਤਰ੍ਹਾਂ ਜੋ ਗੁਰੂ ਨਾਨਕ ਸਾਹਿਬ ਜੀ ਦੇ ਭੈਣ ਜੀ ਹਨ, ਉਹਨਾਂ ਨਾਲ ਤੇ ਭਾਈਆ ਜੈ ਰਾਮ ਨਾਲ। ਭਾਈ ਬਾਲਾ ਜੀ ਕਹਿੰਦੇ, ਮੈਂ ਇਵੇਂ ਕਹਿ ਕਰਕੇ ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਕਿ ਮਹਾਰਾਜ ਵੇਖੋ ਕਿਵੇਂ ਦੀਨ ਗਰੀਬ ਹੋ ਰਹੇ ਐ। ਬਿਨੈ ਭਨਤ ਬਹੁ ਬਾਰ। ਤੁਹਾਡੇ ਭੈਣ ਜੀ, ਤੁਹਾਡੇ ਭਾਈਆ ਜੀ ਕਿੰਨੀ ਵਾਰ ਮੁੜ ਮੁੜ ਬੇਨਤੀਆਂ ਤੁਹਾਨੂੰ ਕਹਿ ਰਹੇ ਹਨ। ਪਗ ਫਕਰਤ ਮਨ ਪ੍ਰੇਮ ਧਰ। ਹਿਰਦੇ ਵਿੱਚ, ਮਨ 'ਚ ਬਹੁਤਾ ਪ੍ਰੇਮ ਰੱਖ ਕੇ ਤੁਹਾਡੇ ਚਰਨ ਫੜ ਰਹੇ ਮਹਾਰਾਜ ਜੀ। ਰਹੀਏ ਜੀਜਾ ਗਾਰ। ਮੈਂ ਤੇ ਇਹੀ ਕਵਾਂਗਾ, ਮਹਾਰਾਜ ਬਖਸ਼ ਦਿਓ ਤੇ ਆਪਣੇ ਭਾਈਆ ਜੀ ਦੇ ਘਰ ਵਿੱਚ ਹੀ ਰਹੀਏ। ਰਹੀਏ ਜੀਜਾ ਗਾਰ। ਆਪਣੇ ਭਾਈਆ ਜੀ ਦੇ ਘਰ ਵਿੱਚ ਹੀ ਰਹੋ ਮਹਾਰਾਜ।
ਬਚਨ ਪੁਨ ਨਹਿ ਫਿਰਹੁ। ਬਾਰ ਬਾਰ ਸਤਿਗੁਰੂ ਜੀ ਕਹਿ ਰਹੇ ਪੁਨਾ ਪੁਨਾ ਮੁੜ ਮੁੜ ਬਚਨ ਨਾ ਮੋੜੋ। ਦਇਆ ਐਨ ਸੁਖ ਦਾਨ, ਦਇਆ ਦੇ ਘਰ ਤੇ ਸੁੱਖਾਂ ਨੂੰ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ। ਪਰਮ ਪ੍ਰੇਮੀ ਇਨਹਿਰਹੁ। ਸੱਚਾ ਪਾਤਸ਼ਾਹ ਇਹਨਾਂ ਨੂੰ ਵੱਡੇ ਪ੍ਰੇਮੀ ਵੇਖੋ ਜਾਣੋ ਜੀ। ਵੱਡਿਆਂ ਕੇ ਮਨ ਕ੍ਰੋਧ ਜੋ, ਵੱਡਿਆਂ ਦੇ ਮਨ ਵਿੱਚ ਸੱਚਾ ਪਾਤਸ਼ਾਹ ਜੋ ਕ੍ਰੋਧ ਹੁੰਦਾ ਹੈ, ਪਾਵਕ ਸਰਸ ਉਦੋਤ, ਉਹ ਤੇ ਜਿਵੇਂ ਅੱਗ ਬਲਦੀ ਹੈ, ਅੱਗ ਦੇ ਤੋਲੀ ਪ੍ਰਗਟ ਵੱਡਿਆਂ ਵਿੱਚ ਆ ਗੁੱਸਾ ਗਿਲਾ ਪ੍ਰਗਟ ਹੁੰਦਾ ਹੈ। ਕਰਤ ਬੇਨਤੀ ਬੰਦਨਾ, ਪਰ ਜੇ ਛੋਟੇ ਉਹਨਾਂ ਅੱਗੇ ਬੇਨਤੀ ਤੇ ਉਹਨਾਂ ਨੂੰ ਮੱਥਾ ਟੇਕਣਾ ਕਾਰਨ ਬਾਰ ਬੁਝਾਵਨ ਹੋਤ। ਉਹ ਜਿਹੜੀ ਬੇਨਤੀਆਂ ਕਰਦੇ ਆ ਛੋਟੇ ਤੇ ਨਮਸਕਾਰਾਂ ਕਰ ਲੈਂਦੇ ਮਹਾਰਾਜ, ਉਹ ਪਾਣੀ ਵਾਂਗ ਹੈ, ਜਿਵੇਂ ਅੱਗ ਨੂੰ ਪਾਣੀ ਬੁਝਾ ਦਿੰਦਾ ਹੈ। ਤੇ ਜਦੋਂ ਛੋਟੇ ਵੱਡਿਆਂ ਦੇ ਅੱਗੇ ਬੇਨਤੀਆਂ ਕਰ ਲੈਂਦੇ ਆ, ਹੱਥ ਜੋੜ ਲੈਂਦੇ, ਮੱਥੇ ਟੇਕ ਲੈਂਦੇ, ਉਹ ਪਾਣੀ ਦਾ ਕੰਮ ਕਰਕੇ ਉਹ ਵੱਡਿਆਂ ਦਾ ਜਿਹੜਾ ਅੱਗ ਰੂਪ ਗੁੱਸਾ ਉਹਨੂੰ ਬੁਝਾ ਦਿੰਦੇ ਐ। ਕਮਲ ਨੈਣ ਸੁਨ ਬੈਨ ਮਾਮਾ, ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇ ਮਹਾਰਾਜ ਕਮਲ ਵਾਲੇ ਨੇਤਰਾਂ ਵਾਲੇ ਸਤਿਗੁਰੂ ਜੀ ਨੇ ਮੇਰੇ ਬਚਨ ਜਦੋਂ ਸੁਣੇ, ਹੋਵੈ ਗਏ ਪਰਮ ਕਿਰਪਾ। ਜੋ ਦਿਆਲੂ ਕਿਰਪਾਲੂ ਸਤਿਗੁਰੂ ਜੀ ਬਹੁਤ ਹੀ ਕਿਰਪਾਲਤਾ ਦਇਆ ਵਿੱਚ ਆ ਗਏ। ਬਾਨੀ ਸਾਨੀ ਹੇਤ ਜਾਨਾ, ਜੋ ਆਪਣੇ ਜਨਾਂ ਸੇਵਕਾਂ ਦੇ ਭਲੇ ਵਾਸਤੇ ਹਿਤ ਵਾਲੀ ਬਾਣੀ, ਬੜੀ ਮਿੱਠੀ ਮਿਲੀ ਹੋਈ ਭਲੇ ਵਾਲੀ ਬਾਣੀ, ਬੋਲੇ ਸੁਖ ਦਰਸਾਲ, ਸੁੱਖਾਂ ਨੂੰ ਦੇਣ ਵਾਲੇ, ਸੁੱਖਾਂ ਨੂੰ ਦੇਣ ਵਾਲੀ ਬੜੀ ਸੁੰਦਰ ਬਾਣੀ ਬੋਲੇ ਮਹਾਰਾਜ ਜੀ। ਬੋਲੇ ਸੁਖ ਦਰਸਾਲ, ਸੁੱਖ ਨੂੰ ਦੇਣ ਵਾਲੇ ਸੁੰਦਰ ਬਚਨ ਬੋਲੇ ਗੁਰੂ ਨਾਨਕ ਸਾਹਿਬ ਜੀ। ਭਨਿਓ ਬਾਲੇ ਬਚ ਤੇਰਾ, ਗੁਰੂ ਜੀ ਕਹਿਣ ਲੱਗੇ ਹੈ ਭਾਈ ਬਾਲੇ, ਜਿਹੜਾ ਤੇਰਾ ਬਚਨ ਤੂੰ ਕਿਹਾ ਹੈ, ਕਬ ਹੈ ਨਾ ਹੋ ਰਹਾ ਤਾਹੇ। ਭਾਈ ਬਾਲੇ ਤੇਰਾ ਕਹਿਆ ਹੋਇਆ ਬਚਨ ਮੈਂ ਕਦੀ ਨਹੀਂ ਮੋੜਾਂਗਾ। ਲਖੋ ਇਸ ਬਿਦ ਮਤ ਮੇਰਾ, ਇਸ ਤਰ੍ਹਾਂ ਦਾ ਮਤ ਸਿਧਾਂਤ ਤੁਸੀਂ ਸਾਡਾ ਜਾਣ ਲਓ। ਜਿੱਥੇ ਵੀ ਤੁਸੀਂ ਇਸ ਤਰ੍ਹਾਂ ਕਹਿ ਦੋਗੇ, ਬਚਨ ਕਰ ਦੋਗੇ, ਉੱਥੇ ਕਦੀ ਨਹੀਂ ਮੋੜਾਂਗੇ ਅਸੀਂ। ਅਸ ਕਹਿ ਸਥਿਤ ਪੁਨ ਕਰੀ, ਮਹਾਰਾਜ ਪ੍ਰੇਮ ਦੇ ਭੁੱਖੇ ਹੈ, ਗੋਬਿੰਦ ਭਾਉ ਭਗਤ ਕਾ ਭੁੱਖਾ। ਸੱਚੇ ਪਾਤਸ਼ਾਹ ਪ੍ਰੇਮ ਦੇ ਭੁੱਖੇ ਆ, ਸਾਡੇ ਆਉਣ ਜਾਣ ਦੇ ਕੋਈ ਨਹੀਂ ਭੁੱਖੇ ਮਹਾਰਾਜ। ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਉਹਨਾਂ ਦੀ ਗੁਰੂ ਜੀ ਮੰਨਦੇ ਆ। ਭਾਈ ਬਾਲਾ ਜੀ ਦਾ ਪ੍ਰੇਮ ਹੈ ਤੇ ਗੁਰੂ ਜੀ ਨੇ ਵੇਖ ਲਓ ਕਹਿ ਦਿੱਤਾ, ਭਾਈ ਬਾਲਾ ਜੀ ਤੁਹਾਡਾ ਬਚਨ ਨਹੀਂ ਕਦੀ ਮੋੜ ਸਕਦੇ। ਇਸ ਤਰ੍ਹਾਂ ਕਹਿ ਕਰਕੇ ਸੱਚੇ ਪਾਤਸ਼ਾਹ ਜੀ ਨੇ ਸੁਲਤਾਨਪੁਰ ਵਿੱਚ ਇਹ ਸਥਿਤੀ ਟਿਕਾਣਾ ਫਿਰ ਕਰ ਲਿਆ ਵੀ ਇੱਥੇ ਰਵਾਂਗੇ ਹੁਣ। ਦੀਨਾਨਾਥ ਦਿਆਲ, ਜੋ ਗਰੀਬਾਂ ਦੇ ਮਾਲਕ ਹੈ ਤੇ ਦਿਆਲੂ ਹੈ ਸਤਿਗੁਰੂ ਨਾਨਕ ਸਾਹਿਬ ਜੀ। ਦੇਖੇ ਦਰਸ਼ਨ ਦੁਖ ਦਹਿ, ਜਿਨ੍ਹਾਂ ਦਾ ਦਰਸ਼ਨ ਦੇਖਿਆ ਜਾਂ ਦੁੱਖ ਸੜ ਮੱਚ ਜਾਂਦੇ ਹੈ। ਜਨ ਦਾਤਾ ਜੋ ਵਿਸਾਲ, ਜੋ ਆਪਣੇ ਸੇਵਕਾਂ ਨੂੰ ਦਾਤਾਂ ਦੇਣ ਵਾਲੇ ਬੜੇ ਵੱਡੇ ਦਾਤੇ ਹੈ ਮਹਾਰਾਜ ਜੀ। ਦੋਹਰਾ ਦੰਪਤ ਮੁਝ ਸੋ ਪਾਖਹੀ, ਭਾਈ ਬਾਲਾ ਜੀ ਕਹਿਣ ਲੱਗੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਜਦੋਂ ਗੁਰੂ ਨਾਨਕ ਸਾਹਿਬ ਜੀ ਸਾਡਾ ਬਚਨ ਮੰਨ ਕੇ ਠਹਿਰਨਾ ਕੀਤਾ ਹੈ ਤੇ ਦੰਪਤ ਭੈਣ ਨਾਨਕੀ ਜੀ ਤੇ ਭਾਈਆ ਜੈ ਰਾਮ ਦੋਵੇਂ ਜੀਆਂ ਨੇ ਮੈਨੂੰ ਇਸ ਤਰ੍ਹਾਂ ਕਿਹਾ, ਫਿਰ ਧਰ ਕੈ ਅਧਿਕ ਸਨੇਹੋ, ਹਿਰਦੇ ਵਿੱਚ ਬਹੁਤ ਹੀ ਪ੍ਰੇਮ ਧਾਰ ਕੇ ਰੱਖ ਕੇ। ਆਜ ਪ੍ਰਾਤ ਦੀਨੋ ਨਯੋ, ਹੇ ਭਾਈ ਬਾਲੇ ਤੂੰ ਤੇ ਧੰਨ ਹੈ, ਅੱਜ ਤੂੰ ਸਾਨੂੰ ਆਪਣਾ ਨਵੇਂ ਸਿਰਿਓਂ ਨਵਾਂ ਹੀ ਭਰਾ ਬਖਸ਼ ਦਿੱਤਾ, ਜਿਹੜਾ ਤੂੰ ਰੱਖ ਲਿਆ ਕਹਿ ਕੇ। ਧੰਨ ਧੰਨ ਬੁੱਧ ਗੇਹੋ, ਬੁੱਧੀ ਦੇ ਘਰ ਭਾਈ ਬਾਲਾ ਜੀ ਤੁਸੀਂ ਦੇ ਧੰਨੋ ਧੰਤਾ ਜੋਗ, ਤੁਹਾਡੇ ਤੋਂ ਅਸੀਂ ਵਾਰਨੇ ਫੇਰਨੇ ਜਾਈਏ। ਸੇਵਾ ਨਿਸਬਾਸੁਰ ਕਰਤ, ਇਹ ਸਾਰਾ ਜਿਹੜਾ ਫਲ ਹੈ ਭਾਈ ਬਾਲਾ ਜੀ, ਜਿਹੜਾ ਤੁਸੀਂ ਰਾਤ ਦਿਨੀ ਮਹਾਰਾਜ ਦੀ ਸੇਵਾ ਕਰਦੇ ਰਹਿੰਦੇ ਹੋ, ਜਾਂ ਤੇ ਕਰੁਣਾ ਪੂਰ, ਇਸੇ ਵਾਸਤੇ ਮਹਾਰਾਜ ਦੀ ਤੁਹਾਡੇ ਤੇ ਬਹੁਤ ਜ਼ਿਆਦੀ ਕਿਰਪਾ ਦਇਆ ਹੈ।
ਸ਼ਰਧਾ ਤੁਮਰੈ ਉਰਦਈ। ਤੁਸੀਂ ਸੇਵਾ ਕਰਦੇ ਹੋ, ਸੇਵਾ ਕਰਕੇ ਮਹਾਰਾਜ ਜੀ ਨੇ ਤੁਹਾਡੇ ਹਿਰਦੇ ਵਿੱਚ ਬੜੀ ਪੂਰਨੀ ਪੱਕੀ ਸ਼ਰਧਾ ਦਿੱਤੀ ਹੋਈ ਹੈ। ਭਇਓ ਪਰਮ ਮਨ ਦੂਰ। ਜਿਸ ਕਰਕੇ ਤੁਹਾਡੇ ਮਨ ਦਾ ਜਿਹੜਾ ਭਰਮ ਸੰਸਾ ਤੇ ਦੂਰ ਹੋਇਆ ਪਿਆ ਹੈ। ਸੋਰਠਾ ਹਰਖਤ ਸਭ ਸੁਖ ਪਾਏ। ਸਾਰੇ ਭੈਣ ਜੀ, ਭਾਈ ਬਾਲਾ ਜੀ, ਇਸੇ ਤਰ੍ਹਾਂ ਭਾਈਆ ਜੈ ਰਾਮ ਜੀ ਵੀ ਸਤਿਗੁਰ ਜੀ ਰਹਿ ਪਏ ਐ। ਸਾਰੇ ਮਿਲ ਕੇ ਬੜੇ ਖੁਸ਼ ਹੋ ਰਹੇ ਤੇ ਸੁਖ ਪਾ ਰਹੇ ਹਨ। ਸ੍ਰੀ ਨਾਨਕ ਆਪਨ ਚਲੇ। ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਹੱਟ ਨੂੰ ਚਲੇ ਗਏ। ਮੰਦ ਮੰਦ ਗਤ ਜਾਏ। ਹੌਲੀ ਹੌਲੀ ਮਹਾਰਾਜ ਸੁੰਦਰ ਚਾਲ ਵਿੱਚ ਹੱਟ ਵੱਲ ਨੂੰ ਚਲੇ ਜਾ ਰਹੇ ਸਨ। ਕਬ ਜਾਵਤ ਬਲਹਾਰਨੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿ ਜੋ ਸਤਿਗੁਰੂ ਜੀ ਹੱਟ ਵੱਲ ਨੂੰ ਹੌਲੀ ਹੌਲੀ ਜਾ ਰਹੇ ਨਾ, ਮੈਂ ਗੁਰੂ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਦੇਖਦਾ ਹਾਂ। ਗੁਰੂ ਜੀ ਦਾ ਮੈਨੂੰ ਐਸਾ ਦਰਸ਼ਨ ਹੋ ਰਿਹਾ ਕਿ ਮੈਂ ਸਤਿਗੁਰੂ ਜੀ ਤੋਂ ਕਵੀ ਭਾਈ ਸੰਤੋਖ ਸਿੰਘ ਬਲਿਹਾਰ ਕੁਰਬਾਨ ਜਾਨਾ। ਮਹਾਰਾਜ ਜੀ ਦੇ ਚਾਲ ਤੋਂ ਮੈਂ ਮਰ ਮਰ ਜਾਨਾ ਹਾਂ। ਲੇਖੇ ਤੇ ਜੋ ਸੇਖ। ਇੱਧਰੋਂ ਹਿਸਾਬ ਕਿਤਾਬ ਜਿਹੜਾ ਕੀਤਾ ਸੀ ਮੋਦੀ ਖਾਨੇ ਦਾ ਮੁਨਸ਼ੀ ਨਾਲ, ਉਹਦੇ ਵਿੱਚੋਂ ਜੋ ਸ਼ੇਖ ਬਾਕੀ ਬਚਿਆ। ਦੀਨੋ ਦੌਲਤ ਖਾਨ ਧਨ। ਦੌਲਤ ਖਾਨ ਲੋਧੀ ਨੇ ਉਹ ਧਨ ਸਤਿਗੁਰੂ ਜੀ ਦੇ ਹੱਥਾਂ ਉੱਪਰ ਰੱਖ ਦਿੱਤਾ। ਹਰਖਿਓ ਹਿਰਦੇ ਵਿਸ਼ੇਖ। ਤੇ ਨਵਾਬ ਦੌਲਤ ਖਾਂ ਹਿਰਦੇ ਵਿੱਚ ਬਹੁਤ ਹੀ ਖੁਸ਼ ਹੋਇਆ ਵੀ ਇਹ ਚੰਗਾ ਹੀ ਕੰਮ ਕਰ ਰਹੇ ਹਨ। ਤਏ 17 ਸੈ ਅਧਿਕ। ਫਿਰ ਨਵਾਬ ਦੌਲਤ ਖਾਂ ਨੇ ਖੁਸ਼ ਹੋ ਕੇ ਵੀ ਮੋਦੀ ਖਾਨੇ ਦੀ ਕਾਰ ਅੱਗੋਂ ਵੀ ਚਲਾਉਣ 1700 ਰੁਪਈਆ ਹੋਰ ਦੇ ਦਿੱਤਾ। ਬਹੁਤਾ ਕਈ ਥਾਵਾਂ 'ਤੇ 1800 ਵੀ ਪਾਠ ਹੈ ਵੀ 1700 1800 ਪਾਠ ਵੀ 1700 ਜਾਂ 1800 ਰੁਪਈਆ ਹੋਰ ਦੇ ਦਿੱਤਾ ਮੋਦੀ ਖਾਨੇ ਨੂੰ ਕੰਮ ਦੇ ਚਲਾਉਣ ਵਾਸਤੇ। ਹਿੰਦ ਤੁਰਕ ਬਹਵਾਏ। ਮੋਦੀ ਖਾਨੇ ਵਿੱਚ ਗੁਰੂ ਜੀ ਜਦੋਂ ਹੱਟ 'ਚ ਚਲੇ ਗਏ, ਹਿੰਦੂ ਤੇ ਮੁਸਲਮਾਨ ਬਹੁਤ ਆਏ। ਦੇਤ ਵਧਾਈ ਮਿਲ ਸਬੈ। ਮਿਲ ਜੁਲ ਕੇ ਇੱਕ ਮੁੱਕ ਹੋ ਕੇ ਸਤਿਗੁਰੂ ਜੀ ਨੂੰ ਸਾਰੇ ਬੜੀਆਂ ਵਧਾਈਆਂ ਦੇ ਰਹੇ ਕਿ ਮਹਾਰਾਜ ਤੁਹਾਨੂੰ ਵਧਾਈ ਹੋਵੇ। ਭਖ ਹੈ ਬਹੁਰ ਸੁਨਾਏ। ਵਧਾਈ ਦੇ ਕੇ ਮੁੜ ਸੁਣਾਉਂਦੇ ਤੇ ਕਹਿੰਦੇ ਮਹਾਰਾਜ ਜੀ ਨੂੰ, ਹਮਹਿ ਸੁਨਿਓ ਕ੍ਰਿਤ ਤਜ ਦਈ। ਸੱਚੇ ਪਾਤਸ਼ਾਹ ਜੀ, ਅਸੀਂ ਤੇ ਇਵੇਂ ਸੁਣਿਆ ਸੀ ਵੀ ਤੁਸਾਂ ਨੇ ਆ ਕੰਮ ਜਿਹਾ ਛੱਡ ਦਿੱਤਾ, ਕਹਿ ਦਿੱਤਾ ਸੀ ਵੀ ਅਸੀਂ ਨਹੀਂ ਇਹ ਕੰਮ ਕਰਨਾ। ਦੋਹਰਾ ਅਧਿਕ ਕੀਨ ਅਫਸੋਸ ਹਮ। ਜਦੋਂ ਅਸੀਂ ਐਵੇਂ ਸੁਣਿਆ ਸੀ ਵੀ ਤੁਸਾਂ ਨੇ ਕੰਮ ਨਹੀਂ ਕਰਨਾ, ਮਹਾਰਾਜ ਅਸੀਂ ਨੇ ਬਹੁਤ ਅਫਸੋਸ ਕੀਤਾ ਉਸ ਸਮੇਂ। ਤੁਮ ਉਪਕਾਰ ਸਰੀਰ। ਤੁਹਾਡਾ ਜਿਹੜਾ ਸਰੀਰ ਹੈ ਮਹਾਰਾਜ, ਉਹਦੇ ਉਪਕਾਰ ਕਰਨ ਵਾਲਾ ਤੁਹਾਡੇ ਵਰਗਾ ਦਿਆਲੂ ਕਿਰਪਾਲੂ ਕਿਹੜਾ ਇਸ ਦੁਨੀਆ ਤੇ। ਕ੍ਰਿਤ ਲੀਨੀ ਹਰਖੇ ਸੁਨਤ। ਜਦੋਂ ਅਸੀਂ ਸੁਣਿਆ ਵੀ ਮਹਾਰਾਜ ਨੇ ਮੁੜ ਫੇਰ ਕੰਮ ਕਰਨਾ ਹੈ, ਮੋਦੀ ਖਾਨਾ ਚਲਾਉਣਾ ਹੈ, ਅਸੀਂ ਸੁਣ ਕੇ ਬੜੇ ਖੁਸ਼ ਹੋਏ। ਵਧੀਏ ਗੁਣੀ ਗਹੀਰ। ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਗੰਭੀਰ ਸਤਿਗੁਰੂ ਜੀ, ਆ ਤੁਸੀਂ ਵਧੀਏ ਫੁੱਲੀਏ, ਤੁਹਾਡੀ ਜੈ ਜੈਕਾਰ ਹੋਵੇ। ਜਥਾ ਉਚਿਤ ਸਨਮਾਨ ਕੈ। ਗੁਰੂ ਨਾਨਕ ਸਾਹਿਬ ਜੀ ਕੋਲ ਜਿੰਨੇ ਉਹ ਹਿੰਦੂ ਮੁਸਲਮਾਨ ਆਏ ਸੀ, ਸੱਚੇ ਪਾਤਸ਼ਾਹ ਜੀ ਨੇ ਯਥਾ ਯੋਗ ਸਾਰਿਆਂ ਦਾ ਸਨਮਾਨ, ਸਭ ਦੀ ਮਹਿਮਾ ਵਡਿਆਈ ਜੋ ਬਣਦਾ ਸੀ ਇੱਜ਼ਤ ਮਾਣ ਕਰਕੇ ਵਿਦਾ ਕੀਨਾ ਗੁਣਿਆਨ। ਗੁਣਾਂ ਦੇ ਘਰ ਸਤਿਗੁਰ ਜੀ ਨੇ ਸਭ ਨੂੰ ਵਿਦਾ ਕੀਤਾ। ਕਰਨ ਲੱਗੇ ਮੋਦੀ ਕਿਰਤ। ਮੋਦੀ ਖਾਨੇ ਦੀ ਜਿਹੜੀ ਕਿਰਤ ਕਮਾਈ ਹੈ ਮਹਾਰਾਜ ਉਸੇ ਤਰ੍ਹਾਂ ਹੀ ਫਿਰ ਕਰਨ ਲੱਗੇ ਹਨ। ਪੂਰਬ ਜਿਉ ਮਨ ਭੈ ਨਾ। ਪਹਿਲਾਂ ਹੀ ਜਿਵੇਂ ਸਤਿਗੁਰ ਜੀ ਕਰਦੇ ਸੀ ਨਾ ਤੇ ਮਨ 'ਚ ਕੋਈ ਭੈ ਨਹੀਂ ਸੀ, ਉਸੇ ਤਰ੍ਹਾਂ ਹੀ ਹੁਣ ਫੇਰ ਕੰਮ ਕਰ ਰਹੇ ਹੈ। ਨਿੰਦਕ ਲੋਕ ਫੇਰ ਨਿੰਦਿਆ ਕਰਨਗੇ, ਸੱਚੇ ਪਾਤਸ਼ਾਹ ਜੀ ਉਸੇ ਤਰ੍ਹਾਂ ਹੀ ਆਪਣਾ ਕੰਮ ਜਾਰੀ ਰੱਖਿਆ ਹੈ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਪੂਰਬਾਰ ਦੇ ਲੇਖਾ ਕਰਨ ਪ੍ਰਸੰਗ
ਵਰਣਨ ਨਾਮ ਅਸ਼ਟ ਦਸਮੋ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਪਹਿਲੇ ਹਿੱਸੇ ਦਾ ਪਹਿਲਾ ਅੱਧਾ ਹਿੱਸਾ 18ਵੇਂ ਅਧਿਆਏ ਵਿੱਚ ਜਿੱਥੇ ਹਿਸਾਬ ਕਿਤਾਬ ਕਰਨ ਦਾ ਪ੍ਰਸੰਗ ਆਇਆ, ਇੱਥੇ ਉਹਦੀ ਸਮਾਪਤੀ ਹੈ। ਇਵੇਂ ਸਾਧ ਸੰਗਤ ਜੀ ਹਿਸਾਬ ਕਿਤਾਬ ਮਹਾਰਾਜ ਜੀ ਦਾ ਕੀਤਾ। ਸੱਚੇ ਪਾਤਸ਼ਾਹ ਜੀ ਦੇ 135 ਰੁਪਏ ਵਧੇ। ਜਿਹੜੇ ਕੋਈ ਨਿੰਦਕ ਜਿਨ੍ਹਾਂ ਨੇ ਮਹਾਰਾਜ ਦੀ ਚੁਗਲੀ ਮਾਰੀ ਸੀ ਭਾਈਆ ਜੈ ਰਾਮ ਨੂੰ, ਜਿਨ੍ਹਾਂ ਕਰਕੇ ਉਹਨਾਂ ਦਾ ਮਨ ਡੋਲ ਗਿਆ। ਨਿੰਦਾ ਬਾਰੇ ਚੁਗਲੀ ਬਾਰੇ ਸਤਿਗੁਰਾਂ ਦੇ ਵੱਖੋ ਵੱਖਰੇ ਵਿਚਾਰ ਆਉਂਦੇ ਹੈ। ਤਨਖਾਹਨਾਮਾ ਵਿੱਚ ਬਚਨ ਆਉਂਦਾ ਕਿ ਨਿੰਦਾ ਕਰਨੀ ਬਹੁਤ ਮਾੜੀ ਹੈ, ਚੁਗਲੀ ਕਰਨੀ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹੈ ਤਨਖਾਹਨਾਮੇ ਵਿੱਚ, ਚੁਗਲੀ ਕਰ ਜੋ ਕਾਜ ਵਿਗਾਰੈ, ਤ੍ਰਿਗ ਤਿਸ ਜਨਮ ਸੋ ਜੋ ਧਰਮ ਵਿਸਾਰੈ। ਚੁਗਲੀ ਕਰਕੇ ਜਿਹੜਾ ਕਿਸੇ ਦਾ ਕੰਮ ਵਿਗਾੜਦਾ ਹੈ, ਕਿਸੇ ਦੀਆਂ ਜੜ੍ਹਾਂ ਪੁੱਟਣ ਦੀ ਕੋਸ਼ਿਸ਼ ਕਰਦਾ ਹੈ, ਮਹਾਰਾਜ ਕਹਿੰਦੇ ਲਾਹਨਤ ਉਸ ਦੇ ਜਨਮ ਨੂੰ। ਅਤੇ ਜਿਹਨੇ ਆਪਣਾ ਧਰਮ ਹੀ ਭੁਲਾ ਦਿੱਤਾ ਹੈ। ਕਿਉਂ ਧਰਮ ਭੁਲਾ ਦਿੱਤਾ ਹੈ? ਗੁਰਬਾਣੀ ਦੇ ਬਚਨ ਹੈ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਿਨਾ ਨਿੰਦਕਾ, ਨਰਕੇ ਘੋਰ ਪਵਨ। ਨਿੰਦਾ ਭਲੀ ਦੇ ਕਿਸੇ ਦੀ ਨਹੀਂ ਕਰਨੀ ਚਾਹੀਦੀ, ਸੰਤ ਗੁਰੂ ਦੀ ਤਾਂ ਬਹੁਤ ਦੂਰ ਦੀ ਗੱਲ ਹੈ। ਪਰ ਮਨਮੁਖ ਲੋਕ ਮਰਜ਼ੀ ਦੇ ਮਾਲਕ ਉਹ ਕਰਦੇ ਹੈ। ਕਹਿੰਦੇ ਅਸੀਂ ਨਹੀਂ ਕਿਸੇ ਕੋਲ ਡਰਦੇ, ਅਸੀਂ ਤਾਂ ਮੂੰਹ 'ਤੇ ਗੱਲ ਕਰਦੇ ਹਾਂ। ਕਰਦੇ ਨਿੰਦਿਆ ਅਤੇ ਕਹਿੰਦੇ ਮੂੰਹ 'ਤੇ ਗੱਲ ਕਰਦੇ ਅਸੀਂ। ਮਹਾਰਾਜ ਕਹਿੰਦੇ ਮੂੰਹ ਕਾਲੇ ਤਿਨਾ ਨਿੰਦਕਾ, ਨਰਕੇ ਘੋਰ ਪਵਨ। ਉਹਨਾਂ ਦੇ ਮੂੰਹ ਕਾਲੇ ਹੁੰਦੇ ਆ, ਘੋਰ ਨਰਕ 'ਚ ਪੈਂਦੇ ਆ। ਨਿੰਦਕ ਨਿੰਦਾ ਕਰ ਮਲ ਧੋਵੈ। ਗੁਰਬਾਣੀ 'ਚ ਵਚਨ ਆਉਂਦਾ ਹੈ ਕਿ ਜਿਹੜੀ ਮਾਂ ਹੈ ਉਹ ਬੱਚੇ ਦਾ ਗੰਦ ਤੇ ਧੋਂਦੀ ਨਾ ਹੱਥ ਨਾਲ। ਜਿਹੜਾ ਨਿੰਦਕ ਹੈ ਉਹ ਮੈਲ ਧੋਂਦਾ ਹੈ, ਗੰਦ ਧੋਂਦਾ ਜ਼ੁਬਾਨ ਦੇ ਨਾਲ, ਜ਼ੁਬਾਨ ਨਾਲ ਸਾਫ਼ ਕਰਦਾ ਜਿਹੜੀ ਨਿੰਦਿਆ ਕਰਦਾ ਹੈ। ਇੰਨੀ ਮਾੜੀ ਨਿੰਦਿਆ ਹੈ। ਅਤੇ ਗੁਰੂ ਜੀ ਕਹਿੰਦੇ ਨਿੰਦਕ ਕੀ ਗਤ ਕਥੂ ਨਾਹੀ, ਖਸਮੈ ਏਵੈ ਭਾਣਾ। ਨਿੰਦਿਆ ਕਰਨ ਵਾਲੇ ਦੀ ਮਹਾਰਾਜ ਕਹਿੰਦੇ ਜਿਹੜੀ ਗਤੀ ਨਹੀਂ ਹੈ, ਖਸਮ ਦਾ ਇਹੋ ਜਿਹਾ ਹੁਕਮ ਹੈ। ਅਸੀਂ ਇਹ ਨਹੀਂ ਵੀ ਕਿਸੇ ਨੂੰ ਕਹਿ ਰਹੇ ਹਾਂ, ਇਹ ਤਾਂ ਨਿੰਦਿਆ ਦਾ ਉਪਦੇਸ਼ ਸਭ ਨੂੰ ਹੀ ਹੈ, ਬੋਲਣ ਵਾਲਿਆਂ ਨੂੰ ਵੀ, ਸੁਣਨ ਵਾਲਿਆਂ ਨੂੰ ਵੀ, ਕਰਨ ਵਾਲਿਆਂ ਨੂੰ ਤਾਂ ਹੈ ਹੀ ਹੈ। ਨਿੰਦਿਆ ਦੀ ਇੱਕ ਸਾਖੀ ਹੈ ਛੋਟੀ ਜੀ। ਇੱਕ ਰਾਜਾ ਸੀ ਬਹੁਤ ਧਰਮੀ। ਉਸ ਨੇ ਬੜਾ ਵੱਡਾ ਜੱਗ ਕੀਤਾ, ਬਹੁਤ ਵਿਦਵਾਨ ਬ੍ਰਾਹਮਣ ਸੱਦੇ ਜੱਗ ਵਿੱਚ। ਜਦੋਂ ਭੋਜਨ ਤਿਆਰ ਹੋ ਰਿਹਾ ਸੀ, 36 ਪ੍ਰਕਾਰ ਦੇ 6 ਰਸਾਂ ਦੇ ਨਾਲ ਭੋਜਨ ਤਿਆਰ ਕੀਤੇ ਜਾ ਰਹੇ ਸਨ। ਭੋਜਨ ਤਿਆਰ ਹੋ ਰਿਹਾ ਸੀ ਜਦੋਂ ਇੱਕ ਇੱਲ ਸੀ, ਉਹ ਇੱਲ ਜ਼ਹਿਰੀਲਾ ਸੱਪ ਜਿਹੜਾ ਪਹੁੰਚਿਆਂ 'ਚ ਫੜ ਕੇ ਤੇ ਉੱਪਰ ਉੱਡ ਰਹੀ ਸੀ। ਉੱਡਦੀ ਜਾ ਰਹੀ ਸੀ, ਅਚਾਨਕ ਉਹਨੇ ਨਿਗਾਹ ਠਾਂ ਵੱਲ ਮਾਰੀ। ਜਦੋਂ ਥੱਲੇ ਵੇਖਿਆ ਤੇ ਉਹ ਜਿਹੜਾ ਪੰਜਾਂ 'ਚ ਉਹਦਾ ਸੱਪ ਛੁੱਟ ਗਿਆ। ਉਹ ਜਿੱਥੇ ਰਾਜੇ ਨੇ ਜੱਗ ਕੀਤਾ ਸੀ, ਉਹ ਭੋਜਨ ਤਿਆਰ ਹੋ ਰਿਹਾ ਸੀ, ਖੀਰ ਦਾ ਕੜਾਹਾ ਪੱਕ ਰਿਹਾ ਸੀ। ਖੀਰ ਦੇ ਕੜਾਹੇ ਵਿੱਚ ਆ ਕੇ ਉਹ ਸੱਪ ਜਾ ਡਿੱਗਾ। ਲਾਂਗਰੀ ਨਾ ਕੋਲ ਹੋਣੇ ਕਰਕੇ ਉਹ ਖੀਰ ਦੇ ਵਿੱਚ ਸੱਪ ਜਿਹੜਾ ਵਿੱਚੇ ਘੁਲ ਮਿਲ ਗਿਆ, ਰਿੱਝਦਾ ਰਿਹਾ, ਉਹਦੀ ਜ਼ਹਿਰ ਸਾਰੇ ਖੀਰ 'ਚ ਫੈਲ ਗਈ। ਜਦੋਂ ਖੀਰ 'ਚ ਜ਼ਹਿਰ ਫੈਲ ਗਈ, ਹੁਣ ਕਿਸੇ ਦਾ ਦੋਸ਼ ਕਾਹਦਾ ਇਹਦੇ ਵਿੱਚ? ਅਤੇ ਉਹ ਪੰਗਤੀਆਂ ਲਵਾਈਆਂ, ਲੈਣਾ ਲਵਾਈਆਂ, ਸਾਰੇ ਬ੍ਰਾਹਮਣ ਸਾਧੂ ਬਿਠਾਏ ਗਏ। ਵਰਤਾਵਿਆਂ ਨੇ ਉਹ ਖੀਰ ਕੱਢ ਕੇ ਸਭ ਨੂੰ ਵਰਤਾ ਦਿੱਤੀ। ਜ਼ਹਿਰੀਲਾ ਸੱਪ ਸੀ। ਜਦੋਂ ਬ੍ਰਾਹਮਣਾਂ ਨੇ, ਸਾਧੂਆਂ ਨੇ ਉਹ ਖੀਰ ਖਾ ਲਈ, ਉਹ ਜਿਨ੍ਹਾਂ ਨੇ ਮੂੰਹ 'ਚ ਪਾਈ, ਉਹ ਜ਼ਹਿਰ ਦੇ ਨਾਲ ਉਹ ਸਾਰੇ ਚੜ੍ਹਾਈ ਕਰ ਗਏ। ਰਾਜੇ ਨੇ ਸਾਧੂ ਬ੍ਰਾਹਮਣ ਮਰੇ ਹੋਏ ਦੇਖੇ, ਮਨ 'ਚ ਬੜਾ ਪਛਤਾਵਾ ਕਰਦਾ, ਮਨਾ ਇਹਦਾ ਦੋਸ਼ ਤੈਨੂੰ ਲੱਗੂ। ਇੱਕ ਬ੍ਰਾਹਮਣ ਮਾਰਿਆ ਜਾਵੇ ਤਾਂ ਉਹਦਾ ਕਿੰਨਾ ਦੋਸ਼ ਹੈ, ਇਹ ਤਾਂ ਕਿੰਨੇ ਬ੍ਰਾਹਮਣ ਸਾਧੂ ਮਾਰੇ ਗਏ ਤਾਂ ਤੈਨੂੰ ਹਰਜਾਨਾ ਭਰਨਾ ਪਊ। ਵੇਖੀ ਕਿੰਨੀਆਂ ਜੂਨਾਂ ਤੂੰ ਭੁਗਤੇਂਗਾ।
ਮਨ 'ਚ ਡਰ ਕੇ ਪ੍ਰਾਸ਼ਚਿਤ ਕਰਨ ਵਾਸਤੇ ਜੰਗਲਾਂ ਨੂੰ ਤਪੱਸਿਆ ਕਰਨ ਚਲਿਆ ਗਿਆ ਵੀ ਮਹਾਰਾਜ ਮੈਨੂੰ ਬਖਸ਼ ਦੇਣ। ਜਦੋਂ ਤਪੱਸਿਆ ਕਰਨ ਚਲਿਆ ਗਿਆ ਜੰਗਲਾਂ ਵਿੱਚ, ਉਹਦਾ ਸੁਭਾਅ ਸੀ ਕਿ ਗ੍ਰਸਤੀਆਂ ਦੇ ਘਰ ਵਿੱਚ ਉਹ ਇੱਕ ਟਾਈਮ ਜ਼ਰੂਰ ਮੰਗ ਕੇ ਖਾਂਦਾ ਸੀ। ਸ਼ਹਿਰ ਵਿੱਚ ਮੰਗਣ ਗਿਆ, ਜਦੋਂ ਮੰਗਣ ਗਿਆ ਉੱਥੇ ਇੱਕ ਬ੍ਰਾਹਮਣੀ ਨੇ ਉਸ ਰਾਜੇ ਨੂੰ ਪਛਾਣ ਲਿਆ। ਰਾਜਾ ਤੇ ਵਿਚਾਰਾ ਨਿਮਾਣਾ ਸੀ, ਸਾਧੂ ਰੂਪ ਹੋਇਆ ਪਿਆ ਸੀ ਤਪ ਕਰਕੇ। ਉਹ ਬ੍ਰਾਹਮਣੀ ਨੇ ਜਦੋਂ ਵੇਖਿਆ, ਕਹਿੰਦੀ ਇੰਨੇ ਬ੍ਰਾਹਮਣ ਸਾਧੂ ਮਾਰ ਕੇ ਹੁਣ ਤੂੰ ਚਾਦਰ ਬਣਿਆ ਹੈ, 100 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ। ਇੰਨੇ ਸਾਧੂ ਮਾਰ ਕੇ ਹੁਣ ਤੂੰ ਸਾਧੂ ਨਹੀਂ ਹੋ ਚੱਲਿਆ ਹੈ। ਉਹ ਦਿਨ ਯਾਦ ਕਰ, ਤੇਰਾ ਪਖੰਡ ਕਿਤੇ ਨਹੀਂ ਤੇਰਾ ਵੇਖਿਆ ਜਾਣਾ ਹੈ। ਰਾਜੇ ਦੇ ਮੂੰਹ 'ਤੇ ਨਿੰਦਿਆ ਕਰ ਦਿੱਤੀ। ਰਾਜਾ ਵਿਚਾਰਾ ਤੇ ਨਿਮਾਣਾ ਸੀ, ਚਲਾ ਗਿਆ ਚੁੱਪ ਕਰਕੇ, ਕਿਉਂਕਿ ਉਹਨੂੰ ਦੁੱਖ ਵੀ ਸੀ ਇਸ ਗੱਲ ਦਾ, ਪਤਾ ਵੀ ਨਹੀਂ ਸੀ ਕੋਈ ਵੀ ਇਹ ਕੁਝ ਹੋਇਆ ਕਿਵੇਂ ਇਸ ਤਰ੍ਹਾਂ, ਉਹਨੂੰ ਤਾਂ ਪਤਾ ਵੀ ਨਹੀਂ ਸੀ। ਪਰ ਇਹਨੇ ਬ੍ਰਾਹਮਣੀ ਨੇ ਨਿੰਦਿਆ ਕਰ ਦਿੱਤੀ। ਰਾਜਾ ਚਲਿਆ ਗਿਆ, ਮਗਰੋਂ ਇਹਨੂੰ ਕੋੜ ਹੋਣਾ ਸ਼ੁਰੂ ਹੋ ਗਿਆ। ਇਹਦਾ ਕੋੜ ਦਿਨ ਬੇ ਦਿਨ ਵੱਧ ਗਿਆ। ਘਰ ਵਾਲਿਆਂ ਬੜੇ ਪਰੇਸ਼ਾਨ ਹੋ ਗਏ, ਕੋਈ ਉਚਾਰਾ ਨਾ ਹੋਇਆ। ਅਖੀਰੀ ਉਹ ਲੱਭਦੇ ਜਿੱਥੇ ਰਾਜਾ ਤਪ ਕਰਦਾ ਸੀ, ਰਾਜੇ ਦੇ ਕੋਲ ਜੰਗਲਾਂ ਚਲੇ ਗਏ। ਕਹਿੰਦੇ ਮਹਾਰਾਜ ਤੁਹਾਡੇ ਆ ਨਿੰਦਿਆ ਕਰਨੇ ਕਰਕੇ ਕੋੜ ਹੋ ਗਿਆ, ਤੁਸੀਂ ਇਹਦਾ ਕੋਈ ਹੱਲ ਕਰੋ। ਰਾਜਾ ਕਹਿੰਦਾ ਵੀ ਮੈਨੂੰ ਤਾਂ ਇਸ ਗੱਲ ਦਾ ਇੰਨਾ ਗਿਆਨ ਨਹੀਂ, ਮੈਂ ਕੋਈ ਬ੍ਰਹਮ ਗਿਆਨੀ ਬ੍ਰਹਮ ਵੇਤਾ ਨਹੀਂ ਗਾ। ਜਿਨ੍ਹਾਂ ਕੋ ਮੈਂ ਦੀਕਸ਼ਾ ਲਈ ਹੈ ਗੁਰੂ ਮੇਰੇ ਬੜੇ ਬ੍ਰਹਮ ਗਿਆਨੀ ਹੈ, ਬ੍ਰਹਮ ਵੇਤੇ ਜਾਣਨ ਵਾਲੇ ਹੈ, ਉਹਨਾਂ ਪਾਸ ਚੱਲੀ ਹੈ। ਇਹ ਕੋੜੀ ਨੂੰ ਚੁੱਕ ਕੇ ਮਾਈ ਨੂੰ ਵੀ ਲੈ ਗਏ ਨਾਲ, ਪਰਿਵਾਰ ਨਾਲ ਰਾਜਾ। ਉਹ ਸੰਤਾਂ ਨੂੰ ਦੱਸਿਆ ਵੀ ਸੰਤ ਜੀ ਆ ਕੋੜ ਕਿਵੇਂ ਹੋ ਗਿਆ, ਕੋਈ ਕਾਰਨ ਦੱਸੋ, ਕੀ ਕਾਰਨ ਹੋ ਗਿਆ, ਉਪਾਅ ਵੀ ਦੱਸੋ। ਉਹ ਮਹਾਂਪੁਰਸ਼ ਕਹਿਣ ਲੱਗੇ, ਧਿਆਨ ਅੰਤਰ ਧਿਆਨ ਹੋ ਗਏ, ਹੇ ਰਾਜਨ ਤੂੰ ਇੱਕ ਸਮੇਂ ਜੱਗ ਕੀਤਾ ਸੀ। ਜਦੋਂ ਤੂੰ ਜੱਗ ਕੀਤਾ ਤਪ ਸ਼ੁਰੂ ਕਰਨ ਤੋਂ ਪਹਿਲਾਂ, ਤੇ ਉਸ ਸਮੇਂ ਇੱਕ ਏਲ ਸੀ, ਉਹਨੇ ਪੰਜਾਂ 'ਚ ਸੱਪ ਫੜਿਆ ਹੋਇਆ ਸੀ। ਉਹ ਏਲ ਨੇ ਠਾਂ ਜਦੋਂ ਵੇਖਿਆ ਸੱਪ ਉਹਦੇ ਪੰਜਾਂ 'ਚ ਛੁੱਟ ਕੇ ਖੀਰ ਦੇ ਕੜਾਹੇ 'ਚ ਡਿੱਗਾ ਜਾ ਕੇ। ਨਾ ਤੇ ਲਾਂਗਰੀ ਦਾ ਦੋਸ਼, ਨਾ ਵਰਤਾਵਿਆਂ ਦਾ ਦੋਸ਼, ਤੇ ਨਾ ਤੇਰਾ ਹੀ ਦੋਸ਼, ਕਿਉਂਕਿ ਪਤਾ ਕਿਸੇ ਨੂੰ ਨਹੀਂ ਲੱਗਾ। ਜਦੋਂ ਇਹਨੇ ਬ੍ਰਾਹਮਣ ਮਾਰੇ ਗਏ, ਧਰਮ ਰਾਜੇ ਨੇ ਹੁਣ ਨਿਬੇੜਾ ਕਰਨਾ ਹੈ। ਧਰਮ ਰਾਜੇ ਨੂੰ ਸਮਝ ਨਾ ਆਵੇ ਵੀ ਮੈਂ ਦੰਡ ਕਿਹਨੂੰ ਦੇਵਾਂ, ਕਸੂਰਵਾਰ ਤੋਂ ਬਿਨਾਂ ਕਿਸੇ ਨੂੰ ਦੰਡ ਦਿੱਤਾ ਨਹੀਂ ਜਾ ਸਕਦਾ। ਪਰਮਾਤਮਾ ਅੱਗੇ ਬੇਨਤੀ ਕੀਤੀ। ਪਰਮੇਸ਼ਰ ਨੇ ਕਿਹਾ ਹੈ ਧਰਮ ਰਾਜੇ, ਇਹ ਜਿਹੜਾ ਪਾਪ ਹੈ ਇਹਨੂੰ ਸੰਚਿਤ ਕਰਮਾਂ 'ਚ ਰੱਖ ਜੀ, ਹਜੇ ਦਾ ਨਿਬੇੜਾ ਹੋ, ਕਿਉਂਕਿ ਰਾਜੇ ਦੀ ਹਜੇ ਉਮਰ ਪਈ ਹੈ ਹੋਰ। ਇਹ ਪਾਪ ਨੂੰ ਤੂੰ ਸੰਚਿਤ ਰਹਿਣ ਦੇ, ਜਿਹੜਾ ਰਾਜੇ ਦੀ ਨਿੰਦਿਆ ਕਰੂਗਾ ਉਹਨੂੰ ਦੰਡ ਦਿੱਤਾ ਜਾਊ ਇਸ ਪਾਪ ਦਾ। ਇਸ ਕਰਕੇ ਸਾਰੇ ਪਰਿਵਾਰ ਨੂੰ ਸੰਤ ਕਹਿਣ ਲੱਗੇ, ਉਹ ਜੋ ਦੰਡ ਰੱਖਿਆ ਸੀ ਨਾ, ਕਿਉਂਕਿ ਬਿਨਾਂ ਕਸੂਰ ਤੋਂ ਕਿਸੇ ਨੂੰ ਦਿੱਤਾ ਨਹੀਂ ਸੀ ਜਾ ਸਕਦਾ ਦੰਡ, ਹੁਣ ਇਸ ਬ੍ਰਾਹਮਣੀ ਨੇ ਰਾਜੇ ਦੇ ਮੂੰਹ 'ਤੇ ਨਿੰਦਿਆ ਪ੍ਰਤੱਖ ਹੀ ਕਰ ਦਿੱਤੀ, ਜਦੋਂ ਕਿ ਰਾਜੇ ਨੂੰ ਪਤਾ ਕੋਈ ਨਹੀਂ। ਇਸ ਕਰਕੇ ਇਹਨੂੰ ਇਹ ਕੋੜ ਹੋਇਆ ਹੈ। ਤੇ ਹੁਣ ਇਸ ਕੋੜ ਦਾ ਕੋਈ ਉਪਾਅ ਨਹੀਂ, ਦਾ ਉਪਾਅ ਤਾਂ ਇਹੀ ਹੈ ਕਿ ਜਿੰਨਾ ਚਿਰ ਜਿੰਨੇ ਬ੍ਰਾਹਮਣ ਉਹ ਖੀਰ ਖਾ ਕੇ ਮਰੇ ਆ ਸਾਧੂ ਬ੍ਰਾਹਮਣ, ਉਹਨੇ ਜਨਮੀ ਕੋੜੀ ਹੋਵੇਗੀ ਤੇ ਕੋੜੀ ਹੋ ਕੇ ਮਰੇਗੀ। ਇਹਦਾ ਹੋਰ ਕੋਈ ਹੱਲ ਨਹੀਂ। ਕਹਿਣ ਦਾ ਮਤਲਬ ਗੁਰਬਾਣੀ ਦੇ ਬਚਨ ਹੈ, ਨਿੰਦਕ ਕੀ ਗਤ ਕਤਹੂ ਨਾਹੀ ਖਸਮੈ ਐਵੇਂ ਭਾਣਾ। ਇਹ ਮਾਲਕ ਦਾ ਭਾਣਾ ਹੀ ਹੈ, ਹੁਕਮ ਹੀ ਹੈ ਵੀ ਨਿੰਦਕ ਦੀ ਗਤ ਨਹੀਂ ਹੈ। ਨਿੰਦਕ ਕੀ ਗਤ ਕਤਹੂ ਨਾਹੇ, ਆਪ ਬੀਜ ਆਪੇ ਹੀ ਖਾਹੇ। ਚੋਰ ਜਾਰ ਜੁਆਰ ਤੇ ਬੁਰਾ, ਅਣਹੁੰਦਾ ਭਾਰ ਨਿੰਦਕ ਸਿਰ ਧਰਾ। ਜਿਹੜਾ ਨਿੰਦਕ ਹੈ, ਗੁਰੂ ਜੀ ਕਹਿੰਦੇ ਜਿਹੜਾ ਚੋਰ ਹੈ, ਫਿਰ ਯਾਰੀ ਕਰਨ ਵਾਲਾ ਤੇ ਜੂਏ ਵਾਲਾ, ਉਹ ਤੋਂ ਵੀ ਉੱਤੇ ਹੈ ਨਿੰਦਿਆ ਕਰਨ ਵਾਲਾ। ਤੇ ਗੁਰੂ ਨਾਨਕ ਸਾਹਿਬ 'ਤੇ ਪਰਮਾਤਮਾ ਆਮ ਬੰਦੇ ਦੀ ਨਿੰਦਿਆ ਕਰਨੀ ਮਾੜੀ ਹੈ। ਤੇ ਚੁਗਲ ਨੇ ਵੇਖ ਲਓ ਨਿੰਦਿਆ ਕੀਤੀ, ਭਾਈਆ ਜੈ ਰਾਮ ਹੋਣਾ ਦੇ ਵੀ ਸ਼ਰਧਾ ਸ਼ੁਰਧਾ ਨਾਸ ਕਰ ਦਿੱਤੀ। ਤੇ ਗੁਰੂ ਨਾਨਕ ਸਾਹਿਬ ਜੀ ਦੀ ਇੱਕ ਵਾਰ ਹੀ ਉਹ ਭਰਮ ਕੀਤਾ ਤੇ ਮਹਾਰਾਜ ਕਹਿੰਦੇ ਭਾਈ ਇਹੋ ਜਿਹਾ ਕੰਮ ਅਸੀਂ ਕਿਉਂ ਕਰਨਾ ਜਿਹਦੇ ਕਰਕੇ ਤੁਹਾਨੂੰ ਭਰਮ ਸੰਸਾ ਹੋ ਰਿਹਾ ਹੈ।
ਇਹ ਤੁਸੀਂ ਆਪਣਾ ਕੰਮ ਕਾਰ ਸੰਭਾਲੋ। ਇਹਨਾਂ ਬਚਨਾਂ ਤੋਂ, ਇਹਨਾਂ ਸਿਧਾਂਤਾਂ ਤੋਂ ਸਾਨੂੰ ਇਹੀ ਸਿੱਖਿਆ ਹੈ। ਭਰਮ ਵਾਲਿਆਂ ਨੂੰ, ਸਾਡੇ ਵਰਗਿਆਂ ਨੂੰ, ਚੁਗਲੀ ਨਿੰਦਾ ਕਰਨ ਵਾਲਿਆਂ ਨੂੰ ਕਿਤੇ ਥਾਂ ਨਹੀਂ ਹੈ। ਗੁਰੂ ਮਹਾਰਾਜ ਸਾਨੂੰ ਇਹੋ ਹੀ ਕਿਰਪਾ ਕਰਨ ਕਿ ਭਗਤੀ ਜੀਵਨ ਬਖਸ਼ਣ। ਗੁਰੂ ਜੀ ਤੇ ਸਾਡੀ ਇੰਨੀ ਸ਼ਰਧਾ ਹੋਵੇ, ਮਰਦੇ ਮਰ ਜਾਈਏ ਪਰ ਗੁਰੂ ਤੋਂ ਕਦੀ ਥਿੜਕੀਏ ਨਾ, ਕਦੀ ਨਾ ਹੀ ਮਹਾਰਾਜ ਦੇ ਖਿਲਾਫ ਕਹੀਏ ਵੀ ਆ ਠੀਕ ਹੈ ਜੀ, ਆਹੋ ਜਿੱਥੇ ਆਪਣਾ ਬਚਾਅ ਹੁੰਦਾ ਤੇ ਕਰਨਾ ਚਾਹੀਦਾ ਹੈ। ਕਈਆਂ ਨੇ ਆਪਣੇ ਕੋਲੋਂ ਹੀ ਗੱਲਾਂ ਘੜੀਆਂ ਹੋਈਆਂ ਮਨ ਘੜਤ, ਇਹ ਜਿੱਥੇ ਆਪਣਾ ਬਚਾਅ ਹੁੰਦਾ ਹੋਵੇ ਉੱਥੇ ਝੂਠ ਝਾਠ ਬੋਲ ਲੈਣਾ ਚਾਹੀਦਾ ਹੈ। ਇਹ ਮਨ ਘੜਤ ਗੱਲਾਂ ਝੂਠ ਦੇ ਝੂਠ ਹੀ ਹੈ, ਸੱਚ ਸੱਚ ਹੀ ਹੈ। ਸੱਚ ਦਾ ਸਦਾ ਹੀ ਨਿਬੇੜਾ ਹੈ, ਝੂਠ ਦਾ ਇੱਕ ਦਿਨ ਬਚਾਂਗੇ, 2 ਦਿਨ ਬਚਾਂਗੇ, ਤੀਸਰੇ ਦਿਨ ਤੇ ਮਾਰੇ ਹੀ ਜਾਵਾਂਗੇ। ਮਹਾਰਾਜ ਕਿਰਪਾ ਕਰਨ ਸਾਨੂੰ ਭਗਤੀ ਜੀਵਨ ਬਖਸ਼ਣ, ਜਿਸ ਕਰਕੇ ਸੱਚ ਦੇ ਅਸੀਂ ਪਹਿਰਾ ਦੇ ਕੇ ਆਪਣਾ ਜੀਵਨ ਬਤੀਤ ਕਰ ਸਕੀਏ। ਜੋ ਸੱਚੇ ਪਾਤਸ਼ਾਹ ਜੀ ਆਪ ਸੱਚ ਸਰੂਪ ਹੈ, ਜਿਸ ਗੁਰੂ ਦੀ ਸੰਗਤ ਸੱਚ ਸਰੂਪ ਹੈ, ਜਿਸ ਗੁਰੂ ਦੇ ਸੱਚੇ ਭਗਤ ਸੱਚੇ ਹੈ, ਸੰਤ ਸੱਚੇ ਹੈ, ਗੁਰਮੁਖ ਜਨ ਸੱਚੇ ਹੈ, ਉਹਨਾਂ ਦੀ ਚਰਨਾਂ ਦੀ ਸ਼ਰਨ ਲੈ ਕੇ ਆਪਣਾ ਜੀਵਨ ਸਕਾਰਤਾ ਕਰੀਏ, ਜਿਸ ਕਰਕੇ ਸਾਡਾ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਸਕਦਾ ਹੈ। ਅੱਗੇ ਜਿਵੇਂ ਹੋਰ ਪ੍ਰਸੰਗ ਆਉਣਗੇ, ਸਤਿਗੁਰ ਜੀ ਦੀ ਜਿਵੇਂ ਕੱਲ੍ਹ ਦੇ ਦਿਨ ਸ਼ਾਦੀ ਹੋਵੇਗੀ, ਉਹ ਪ੍ਰਸੰਗ ਆਉਣੇ ਹੈ। ਜਿਵੇਂ ਮਹਾਰਾਜ ਸ਼ਾਦੀ ਕਰਨ ਜਾਣਗੇ, ਬੜਾ ਸੋਹਣਾ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਛੰਦਾਬੰਦੀ ਵਿੱਚ, ਉਹ ਆਪਾਂ ਸਰਵਣ ਕਰਾਂਗੇ। ਹੁਣ ਇੱਥੇ ਆਪਾਂ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਜਥਾ ਉਚਿਤ ਸਨਮਾਨ ਕੈ ਬਿਦਾ ਕੀਨ ਗੁਣ ਐਨ ਕਰਨ ਲੱਗੇ ਮੋਦੀ ਕਿਰਤ ਪੂਰਬ ਜਿਉ ਮਨ ਪੈਨਾ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਲੇਖਾ ਕਰਨ ਪ੍ਰਸੰਗ ਵਰਣਨ ਨਾਮ ਅਸ਼ਟ ਦਸਮੋ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।